ਡਾਕਟਰਸ ਲਗਾਤਾਰ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਨੇ ਕਿ ਉਹ ਜਿਹੜਾ ਮੈਂਟਲ ਡਿਸਆਰਡਰ ਆ, ਐਂਗਜ਼ਾਇਟੀ ਆ, ਇਹਨਾਂ ਚੀਜ਼ਾਂ ਤੋਂ, ਸਾਈਕੈਟ੍ਰਿਕ ਡਿਸਆਰਡਰ ਆ, ਇਹਨਾਂ ਚੀਜ਼ਾਂ ਤੋਂ ਬਚ ਸਕਣ ਅਤੇ ਉਸ ਦੇ ਨਾਲ ਜਿਹੜੇ ਭੈੜੇ ਉਹਦੇ ਕੌਨਸੀਕੁਐਂਸਿਸ ਨਿਕਲ ਰਹੇ ਨੇ ਉਹ ਨਾ ਨਿਕਲਣ। ਲੋਕ ਕਈ ਸੁਸਾਈਡ ਤੱਕ ਪਹੁੰਚ ਜਾਂਦੇ ਨੇ, ਉਹ ਚੀਜ਼ਾਂ ਨਾ ਹੋਣ। ਇਸ ਵਾਸਤੇ ਆਪਾਂ ਸਾਰੀ ਗੱਲਬਾਤ ਕਰਾਂਗੇ, ਧਿਆਨ ਨਾਲ ਸੁਣਿਓ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਸਾਈਕੈਟ੍ਰਿਕ ਜਾਂ ਮੈਂਟਲ ਡਿਸਆਰਡਰਸ ਹੈਗੇ ਨੇ, ਇਹਨਾਂ ਦੇ ਬਾਰੇ ਬਹੁਤ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ ਔਰ ਇਹਨੂੰ ਸਟਿਗਮੇਟਾਈਜ਼ ਕੀਤਾ ਜਾਂਦਾ। ਲੋਕ ਅੱਜ ਵੀ ਬਹੁਤ ਸਾਰੀ ਜਨਤਾ ਜਿਹੜੀ ਹੈਗੀ ਆ ਉਹ ਪੜ੍ਹ ਲਿਖ ਗਏ ਨੇ। ਲੋਕ ਪਿੰਡਾਂ 'ਚ ਵੀ ਲੋਕਾਂ 'ਚ ਅਵੇਅਰਨੈਸ ਹੈ, ਬਟ ਸਟਿਲ ਤੁਸੀਂ ਅਗਰ ਇਹ ਚੀਜ਼ ਦੇਖੋ ਤਾਂ ਪਿੰਡਾਂ ਦੇ ਅੰਦਰ ਵੀ ਅਜੇ ਔਰ ਸ਼ਹਿਰਾਂ 'ਚ ਵੀ ਲੋਕ ਝਾੜੇ ਫੂਕੇ ਕਰਾਉਂਦੇ ਨੇ ਇਹਨਾਂ ਬਿਮਾਰੀਆਂ ਨੂੰ ਲੈ ਕੇ। ਜਿਵੇਂ ਬਹੁਤ ਹੁਣ ਕੋਵਿਡ ਦੇ ਅੰਦਰ ਜਦੋਂ ਨੌਕਰੀਆਂ ਗਈਆਂ ਨੇ ਤੇ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਹੈਗੇ ਨੇ ਉਹ ਬਿਲਕੁਲ ਹੀ ਠੱਪ ਹੋ ਗਏ, ਸ਼ਟ ਡਾਊਨ ਹੋ ਗਏ। ਲੋਕਾਂ ਦੇ ਲੋਨ ਸਟੈਂਡ ਲੋਨਸ ਜਿਹੜੇ ਹੈਗੇ ਨੇ ਉਹ ਖੜੇ ਰਹਿ ਗਏ। ਪਿਛਲੇ ਸਾਲ ਬੀਤਿਆ ਸਾਲ ਇੰਡੀਆ ਦੇ ਅੰਦਰ 1.5 ਲੱਖ ਲੋਕਾਂ ਨੇ ਸੁਸਾਈਡ ਕੀਤਾ ਹੈਗਾ ਔਰ ਸੁਸਾਈਡ ਬਾਈ ਡੈਥ ਹੋਈ ਹੈ, ਜਿਹੜੇ ਰਿਪੋਰਟਡ ਨੇ। ਜਿਹੜੇ ਅੰਡਰ ਰਿਪੋਰਟਿੰਗ ਹੈਗੀ ਆ, ਜਿਹੜੇ ਲੋਕ ਦੱਸਦੇ ਹੀ ਨਹੀਂ ਵੀ ਹਾਰਟ ਅਟੈਕ ਹੋ ਗਿਆ ਜਾਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਵੀ ਸਟਿਗਮਾ ਨਾ ਲੱਗੇ ਸਾਡੇ ਪਰਿਵਾਰ ਦੇ ਉੱਤੇ, ਉਹ ਬਹੁਤ ਜ਼ਿਆਦਾ ਨੇ। ਉਹ ਕਿਤੇ ਜ਼ਿਆਦਾ ਨੇ। ਇਹਦੇ ਨਾਲੋਂ 3 ਜਾਂ 4 ਗੁਣਾ ਸਾਡੀ ਜਿਹੜੀ ਇੰਡੀਅਨ ਸਾਈਕੈਟ੍ਰਿਕ ਸੁਸਾਇਟੀ ਹੈਗੀ ਹੈ ਉਸਨੇ ਇੱਕ ਅੰਦਾਜ਼ਾ ਲਗਾਇਆ ਕਿ ਜਿੰਨੀ ਇਹ ਫਿਗਰ ਹੈਗੀ ਹੈ 1.5 ਲੱਖ, ਇਸ ਤੋਂ 3 ਜਾਂ 4 ਗੁਣਾ ਟੋਟਲ ਫਿਗਰ ਹੈਗੀ ਹੈ ਜਿਹੜੀ ਹੋ ਸਕਦੀ ਹੈ। ਔਰ ਇਹ ਸਾਲ ਦੀਆਂ ਜਿਹੜੀਆਂ ਫਿਗਰਸ ਆਉਣਗੀਆਂ ਉਹ ਕਿਤੇ ਜ਼ਿਆਦਾ ਆਉਣਗੀਆਂ ਕਿਉਂਕਿ ਕੋਵਿਡ ਨੇ ਬੜੇ ਲੋਕਾਂ ਦਾ ਰੁਜ਼ਗਾਰ ਖੋਲ੍ਹਿਆ। ਹੋਰ ਬੜੀ ਵੱਡੀ ਚੀਜ਼ ਆ ਜਿਹੜਾ ਕਿ ਸੈਕਸ਼ੂਅਲ ਡਿਸਆਰਡਰਸ ਆ, ਉਸ ਦੇ ਬਾਰੇ ਨਾ ਖੁੱਲ੍ਹ ਕੇ ਕਦੀ ਗੱਲ ਹੁੰਦੀ ਨਾ, ਕਦੀ ਕਿਸੇ ਨੂੰ ਮਤਲਬ ਈਵਨ ਇੱਥੋਂ ਤੱਕ ਕਿ ਆਪਣੇ ਵੱਡਿਆਂ ਨੂੰ, ਆਪਣੇ ਪੇਰੈਂਟਸ ਨੂੰ ਜਾਂ ਕਿਸੇ ਨੇ ਬੱਚੇ ਨੂੰ ਕਿਸੇ ਡਾਕਟਰ ਦੇ ਕੋਲ ਲੈ ਕੇ ਜਾਂਦਾ, ਉਹ ਦੱਸਦੇ ਹੀ ਨਹੀਂ। ਇਹਦਾ ਇੱਕ ਬਹੁਤ ਵੱਡਾ ਕਾਜ਼ ਜਿਹੜਾ ਉਹ ਨਸ਼ਾ ਹੈ। ਪਿੰਡਾਂ ਦੇ ਅੰਦਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੇ ਕਿਸੇ ਨੂੰ ਕੋਈ ਸੈਕਸ਼ੂਅਲ ਡਿਸਆਰਡਰ ਹੈ ਜਾਂ ਇਰੈਕਟਾਈਲ ਡਿਸਫੰਕਸ਼ਨ ਹੈਗਾ ਜਾਂ ਜਿਹਨੂੰ ਕਹਿ ਦਿੰਦੇ ਕਿ ਟਾਈਮ ਦੀ ਕਮੀ ਹੈਗੀ ਹੈ, ਟਾਈਮ ਘੱਟ ਲੱਗ ਰਿਹਾ ਹੈਗਾ ਜਾਂ ਇਰੈਕਸ਼ਨ ਦੀ ਪ੍ਰੋਬਲਮ ਆ ਰਹੀ ਹੈ, ਉਹਦੇ ਅੰਦਰ ਕਹਿ ਦਿੰਦੇ ਆ ਕਿ ਤੁਸੀਂ ਜੇ ਅਫੀਮ ਲੈ ਲਓ ਜਾਂ ਹੈਰੋਇਨ ਲੈ ਲਓ। ਇਹ ਦੇਖੋ, ਇਹ ਮੈਨੂੰ ਬਹੁਤ ਪੇਸ਼ੈਂਟਸ ਕੋਲੋਂ ਸੁਣਨ ਨੂੰ ਮਿਲਿਆ ਕਿ ਸਟਾਰਟਿੰਗ ਕਿਸ ਤਰ੍ਹਾਂ ਹੋਈ ਸੀ, ਨਸ਼ੇ ਦੀ ਸਟਾਰਟਿੰਗ ਕਿਸ ਤਰ੍ਹਾਂ ਹੋਈ। ਅਜੋਕਾ ਸਮਾਂ ਬਹੁਤ ਹੀ ਮੁਸ਼ਕਲਾਂ, ਦੁਸ਼ਵਾਰੀਆਂ ਭਰਿਆ ਚੱਲ ਰਿਹਾ ਹੈ। ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਅਸੀਂ ਗੁਜ਼ਰੇ ਹਾਂ, ਅਸੀਂ ਸਾਰੇ ਜਾਣਦੇ ਹਾਂ ਕਿ ਸਿਰਫ ਇੱਕ ਇੰਡੀਵਿਜੂਅਲ ਦੀ ਆਪਾਂ ਗੱਲ ਨਹੀਂ ਕਰਾਂਗੇ, ਪੂਰੀ ਦੁਨੀਆ ਦੇ ਵਿੱਚ ਐਡਾ ਕਹਿਰ ਸੀ ਕਿ ਬੜੇ ਵੱਡੇ ਸਟ੍ਰੈਸ ਦੇ ਵਿੱਚੋਂ ਲੰਘੇ ਨੇ। ਉਸ ਦੇ ਬਾਵਜੂਦ ਜਿਹੜੇ ਲੋਕ ਨੇ ਹਿੰਮਤ ਕਰਕੇ ਖੜੇ ਹੁੰਦੇ ਰਹੇ ਹਰ ਵਾਰ, ਪਰ ਜਿਹੜੇ ਅਸਰ ਛੱਡ ਗਈਆਂ ਉਹ ਚੀਜ਼ਾਂ ਦੇ ਅਸਰ ਜਿਹੜੇ ਨੇ ਉਹ ਕਈ ਹੋਰ ਬਿਮਾਰੀਆਂ ਨੂੰ ਜਨਮ ਦੇ ਰਹੇ ਨੇ। ਸਟ੍ਰੈਸ, ਐਂਗਜ਼ਾਇਟੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਲਗਾਤਾਰ ਲੋਕਾਂ ਦੇ ਵਿੱਚ ਵੱਧਦੀਆਂ ਜਾ ਰਹੀਆਂ ਨੇ। ਇੱਕ ਮੁਸ਼ਕਿਲ ਹਟਦੀ ਨਹੀਂ, ਦੂਸਰੀ ਮੁਸ਼ਕਿਲ ਖੜੀ ਹੋ ਜਾਂਦੀ ਹੈ। ਇਸ ਦੀ ਇੱਕ ਮੈਨੇਜਮੈਂਟ ਦੀ ਲੋੜ ਹੁੰਦੀ ਹੈ, ਜਿਸ ਦੇ ਵਾਸਤੇ ਇੱਕ ਮਾਹਿਰ ਜਿਹੜੇ ਲੋਕ ਨੇ, ਉਹ ਮਾਹਿਰ ਡਾਕਟਰ ਨੇ, ਉਹ ਸਾਹਮਣੇ ਆਉਂਦੇ ਨੇ ਅਤੇ ਲੋਕਾਂ ਨੂੰ ਜੀਵਨ ਜੀਣਾ ਸਿਖਾਉਂਦੇ ਨੇ। ਕਿਉਂਕਿ ਇਸ ਵੇਲੇ ਹੁਣ ਮੈਂਟਲ ਹੈਲਥ ਅਵੇਅਰਨੈਸ ਮੰਥ ਚੱਲ ਰਿਹਾ ਹੈ, ਜਿਸ ਦੇ ਵਿੱਚ ਕਿ ਡਾਕਟਰਸ ਲਗਾਤਾਰ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਨੇ ਕਿ ਉਹ ਜਿਹੜਾ ਮੈਂਟਲ ਡਿਸਆਰਡਰ ਆ, ਐਂਗਜ਼ਾਇਟੀ ਆ, ਇਹਨਾਂ ਚੀਜ਼ਾਂ ਤੋਂ, ਸਾਈਕੈਟ੍ਰਿਕ ਡਿਸਆਰਡਰ ਆ, ਇਹਨਾਂ ਚੀਜ਼ਾਂ ਤੋਂ ਬਚ ਸਕਣ ਅਤੇ ਉਸ ਦੇ ਨਾਲ ਜਿਹੜੇ ਭੈੜੇ ਉਹਦੇ ਕੌਨਸੀਕੁਐਂਸਿਸ ਨਿਕਲ ਰਹੇ ਨੇ ਉਹ ਨਾ ਨਿਕਲਣ। ਲੋਕ ਕਈ ਸੁਸਾਈਡ ਤੱਕ ਪਹੁੰਚ ਜਾਂਦੇ ਨੇ, ਉਹ ਚੀਜ਼ਾਂ ਨਾ ਹੋਣ। ਇਸ ਵਾਸਤੇ ਆਪਾਂ ਸਾਰੀ ਗੱਲਬਾਤ ਕਰਾਂਗੇ, ਧਿਆਨ ਨਾਲ ਸੁਣਿਓ ਪੂਰੀ ਗੱਲਬਾਤ, ਕਿਉਂਕਿ ਇਹ ਚੀਜ਼ਾਂ ਜਿੰਨੀਆਂ ਵੀ ਅਸੀਂ ਡਿਸਕਸ ਕਰਾਂਗੇ ਇਹ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਹੋਣਗੀਆਂ ਅਤੇ ਕਈ ਜ਼ਿੰਦਗੀਆਂ ਬਦਲ ਵੀ ਸਕਦੀਆਂ ਨੇ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਹਰਜੋਤ ਨੇ, ਜਿਹੜੇ ਕਿ ਜਾਣੇ ਮਾਣੇ ਸਾਈਕੈਟਰਿਸਟ ਨੇ ਅੰਮ੍ਰਿਤਸਰ ਦੇ ਵਿੱਚ। ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਰਾਜੇਸ਼ ਜੀ। ਡਾਕਟਰ ਸਾਹਿਬ, ਜਿੱਦਾਂ ਮੈਂ ਗੱਲ ਸ਼ੁਰੂ ਹੀ ਕੀਤੀ ਇਸ ਕਰਕੇ ਕਿ ਆਪਾਂ ਸਾਰੇ ਬਹੁਤ ਮਤਲਬ ਇਹੋ ਜਿਹਾ ਸਮਾਂ ਜਿਹੜਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ, ਉਸ 'ਚੋਂ ਲੰਘੇ ਆ, ਅਤੇ ਉਹਦੇ ਬਾਰੇ ਤੁਹਾਡੀ ਜ਼ਿਆਦਾ ਲੋੜ ਮਹਿਸੂਸ ਹੋਈ ਕਿ ਆਪਾਂ ਉਸ ਐਂਗਜ਼ਾਇਟੀ ਤੋਂ, ਸਟ੍ਰੈਸ ਤੋਂ, ਜਿਹੜੀਆਂ ਚੀਜ਼ਾਂ 'ਚੋਂ ਅਸੀਂ ਗੁਜ਼ਰੇ ਹਾਂ, ਉਹ 'ਚੋਂ ਕਿਵੇਂ ਅਸੀਂ ਉੱਭਰਨਾ ਹੈ। ਅਤੇ ਇਸ ਦੇ ਨਾਲ ਨਾਲ ਹੋਰ ਕਈ ਬੜੀਆਂ ਮੁਸ਼ਕਿਲਾਂ ਜਿਹੜੀਆਂ ਖੜੀਆਂ ਹੋ ਗਈਆਂ, ਕਈ ਨੌਕਰੀਆਂ ਦੀਆਂ ਸਮੱਸਿਆਵਾਂ ਆ ਗਈਆਂ, ਪੈਸੇ ਦੀ ਸਮੱਸਿਆ ਆ ਗਈ, ਗੁਜ਼ਰ ਬਸਰ ਕਰਨ ਦੀਆਂ ਸਮੱਸਿਆਵਾਂ ਆ ਗਈਆਂ। ਇਹ ਪ੍ਰੋਬਲਮ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਨਾਲ ਹੀ ਜਿਹੜੀਆਂ ਦਿਮਾਗੀ, ਜ਼ਹਿਨੀ ਜਿਹੜੀਆਂ ਪ੍ਰੋਬਲਮਸ ਉਹ ਵੀ ਵੱਧਦੀਆਂ ਜਾ ਰਹੀਆਂ। ਹੁਣ ਤੁਸੀਂ ਇਹਨੂੰ ਕਿਵੇਂ ਬਿਆਨ ਕਰੋਗੇ? ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਰਾਜੇਸ਼ ਜੀ ਕਿ ਅੱਜ ਆਪਾਂ ਇਹ ਟੌਪਿਕ ਦੇ ਉੱਤੇ ਡਿਸਕਸ਼ਨ ਕਰ ਰਹੇ ਹਾਂ। ਮੈਂਟਲ ਹੈਲਥ ਅਵੇਅਰਨੈਸ ਜਿਹੜੀ ਹੈਗੀ ਹੈ ਜਾਂ ਇਹਦਾ ਮੰਥ ਦਾ ਸੈਲੀਬ੍ਰੇਟ ਕਰਨਾ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਸਾਈਕੈਟ੍ਰਿਕ ਜਾਂ ਮੈਂਟਲ ਡਿਸਆਰਡਰਸ ਹੈਗੇ ਨੇ, ਇਹਨਾਂ ਦੇ ਬਾਰੇ ਬਹੁਤ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ ਔਰ ਇਹਨੂੰ ਸਟਿਗਮੇਟਾਈਜ਼ ਕੀਤਾ ਜਾਂਦਾ। ਲੋਕ ਅੱਜ ਵੀ ਬਹੁਤ ਸਾਰੀ ਜਨਤਾ ਜਿਹੜੀ ਹੈਗੀ ਆ ਉਹ ਪੜ੍ਹ ਲਿਖ ਗਏ ਨੇ। ਲੋਕ ਪਿੰਡਾਂ 'ਚ ਵੀ ਲੋਕਾਂ 'ਚ ਅਵੇਅਰਨੈਸ ਹੈ, ਬਟ ਸਟਿਲ ਤੁਸੀਂ ਅਗਰ ਇਹ ਚੀਜ਼ ਦੇਖੋ ਤਾਂ ਪਿੰਡਾਂ ਦੇ ਅੰਦਰ ਵੀ ਅਜੇ ਔਰ ਸ਼ਹਿਰਾਂ 'ਚ ਵੀ
ਲੋਕ ਝਾੜੇ ਫੂਕੇ ਕਰਾਉਂਦੇ ਨੇ ਇਹਨਾਂ ਬਿਮਾਰੀਆਂ ਨੂੰ ਲੈ ਕੇ। ਜਦਕਿ ਮਾਹਿਰ ਡਾਕਟਰਾਂ ਦੀ ਟੀਮ ਕੋਲੇ ਇਹਨਾਂ ਚੀਜ਼ਾਂ ਦੇ ਹੱਲ ਜਿਹੜੇ ਹੈਗੇ ਨੇ ਆਧੁਨਿਕ ਟੈਕਨੀਕਸ ਦੇ ਨਾਲ, ਕਾਉਂਸਲਿੰਗਸ ਦੇ ਨਾਲ, ਇਹ ਬਹੁਤ ਅੱਛੀ ਤਰੀਕੇ ਨਾਲ ਪੋਸੀਬਲ। ਜਿਵੇਂ ਅਸੀਂ ਲਾਸਟ 1-1.5 ਸਾਲ ਤੋਂ ਦੇਖ ਰਹੇ ਹਾਂ, ਜਦੋਂ ਤੋਂ ਕੋਵਿਡ ਦੀ ਬਿਮਾਰੀ ਜਿਹੜੀ ਹੈਗੀ ਹੈ ਉਹਨੇ ਆਪਣੇ ਪੈਰ ਪਸਾਰੇ ਸੀ ਇੰਡੀਆ ਦੇ ਅੰਦਰ, ਔਰ ਲੋਕਡਾਊਨ ਦੀ ਸਥਿਤੀ ਆ ਗਈ ਸੀ, ਜਦੋਂ ਬਿਜ਼ਨਸ ਜਿਹੜੇ ਹੈਗੇ ਨੇ ਉਹ ਕਾਫੀ ਹੱਦ ਤੱਕ ਘਟ ਗਏ ਸੀ ਲੋਕਾਂ ਦੇ ਅੰਦਰ, ਨੌਕਰੀਆਂ ਬਹੁਤ ਸਾਰੀਆਂ ਚਲੀਆਂ ਗਈਆਂ ਸੀਗੀਆਂ, ਮਜ਼ਦੂਰਾਂ ਦਾ ਪਲਾਇਨ ਹੋ ਰਿਹਾ ਸੀਗਾ, ਜਾਂ ਹੁਣ ਅਸੀਂ ਦੇਖੀਏ ਤਾਂ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਨੇ ਬਹੁਤ ਸਾਰਾ ਸਟ੍ਰੈਸ ਜਿਹੜਾ ਸਮਾਜ ਦੇ ਅੰਦਰ ਪੈਦਾ ਕੀਤਾ। ਇਹਨਾਂ ਤੋਂ ਚੀਜ਼ਾਂ ਤੋਂ ਇਲਾਵਾ ਵੀ ਅਗਰ ਅਸੀਂ ਲਾਈਫ ਦੀ ਗੱਲ ਕਰੀਏ ਤਾਂ ਲਾਈਫ ਅੱਜ ਕੱਲ੍ਹ ਬਹੁਤ ਜ਼ਿਆਦਾ ਕੰਪੈਟੀਟਿਵ ਹੋ ਚੁੱਕੀ ਹੈ। ਲਾਈਫ ਦੇ ਅੰਦਰ ਕੁਝ ਚੀਜ਼ਾਂ ਦੀ ਜਿਹੜੀ ਦੌੜ ਹੈਗੀ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੋਈ ਹੈ। ਦੌੜ ਚੀਜ਼ਾਂ ਨੂੰ ਲੈਣ ਦੀ, ਲਗਜ਼ਰੀਜ਼ ਨੂੰ ਪਾਉਣ ਦੀ, ਪਿਛਲੇ 10 ਸਾਲਾਂ ਦੇ ਕਰੀਬ ਜਦੋਂ ਦਾ ਟਾਈਮ ਦੀ ਮੈਂ ਗੱਲ ਕਰ ਰਿਹਾ, ਟਾਈਮ ਫਰੇਮ ਦੀ ਗੱਲ ਕਰ ਰਿਹਾ, ਉਦੋਂ ਤੋਂ ਇਹ ਦੌੜ ਜਿਹੜੀ ਹੈਗੀ ਹੈ ਇਹ ਸਟ੍ਰੈਸ ਵੈਸੇ ਕ੍ਰੀਏਟ ਕਰਦੀ ਹੈ। ਜਿਹੜੇ ਬੰਦੇ ਕੋਲ ਕਾਰ ਹੈਗੀ ਹੈ ਉਹ ਕਹਿੰਦਾ ਜੀ ਮੈਂ ਇਸ ਤੋਂ ਵੱਡੀ ਗੱਡੀ ਲੈਣੀ ਹੈਗੀ ਹੈ, ਜਿਸ ਬੰਦੇ ਕੋਲੇ ਮਰਸੀਡੀਜ਼ ਹੈ ਉਹ ਕਹਿੰਦਾ ਜੀ ਮੈਂ ਤਾਂ ਜੀ ਬੈਂਟਲੇ ਲੈਣੀ ਹੈਗੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਾਡੀ ਲਾਈਫ ਦੇ ਅੰਦਰ ਸਟ੍ਰੈਸ ਕ੍ਰੀਏਟਿੰਗ ਚੀਜ਼ਾਂ ਹੈਗੀਆਂ। ਦੂਸਰੇ ਪਾਸੇ ਅਸੀਂ ਦੇਖੀਏ ਕਈ ਲੋਕਾਂ ਨੂੰ ਇੰਨੀ ਜ਼ਿਆਦਾ ਤੰਗੀ ਹੈਗੀ ਹੈ ਕਿ ਉਹ ਆਪਣੇ ਐਂਡਸ ਨਹੀਂ ਮੀਟ ਕਰ ਪਾਉਂਦੇ, ਉਹਨਾਂ ਲਈ ਖਾਣੇ ਦੀ ਦੁਸ਼ਵਾਰੀ ਹੈ, ਉਹ ਵੀ ਇੱਕ ਕਿਸਮ ਦਾ ਸਟ੍ਰੈਸ ਹੈ। ਸੋ ਸੁਸਾਇਟੀ ਦੇ ਜਿੰਨੇ ਸਟ੍ਰੇਟਾ ਹੈਗੇ ਨੇ, ਹਰ ਸਟ੍ਰੇਟਾ ਦੇ ਅੰਦਰ ਹਰ ਕਿਸਮ ਦਾ ਵੱਖਰੇ ਵੱਖਰੇ ਕਿਸਮ ਦਾ ਸਟ੍ਰੈਸ ਲੋਕਾਂ ਦੇ ਉੱਪਰ ਹੈਗਾ। ਜੇ ਅਸੀਂ ਇਹ ਕਹੀਏ ਕਿ ਜੀ ਗਰੀਬ ਬੰਦਾ ਹੈਗਾ ਤਾਂ ਉਸ ਨੂੰ ਸਟ੍ਰੈਸ ਹੈਗਾ, ਨੌਕਰੀ ਦਾ ਸਟ੍ਰੈਸ ਹੈ, ਰੋਟੀ ਲੈਣ ਦਾ ਸਟ੍ਰੈਸ ਹੈਗਾ, ਕਿਤੇ ਨਾ ਕਿਤੇ ਆਪਣੀ ਫੈਮਿਲੀ ਦੀ ਦੇਖ ਰੇਖ ਕਰਨ ਦਾ ਸਟ੍ਰੈਸ ਹੈਗਾ। ਜੇ ਮਿਡਲ ਕਲਾਸ ਹੈਗੀ ਹੈ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਬੱਚਿਆਂ ਨੂੰ ਅਸੀਂ ਪੜ੍ਹਾਈ ਕਰਾਉਣੀ ਹੈ, ਬੱਚਿਆਂ ਦੇ ਜਿਹੜੇ ਫਿਊਚਰ ਵਾਸਤੇ ਉਹ ਬਹੁਤ ਜ਼ਿਆਦਾ ਚਿੰਤਿਤ ਰਹਿੰਦੇ ਨੇ। ਸੋ ਉਹਨਾਂ ਨੇ ਆਪਣੇ ਬੱਚਿਆਂ ਦੀ ਖਾਤਰ ਕਾਫੀ ਸਟ੍ਰੈਸ ਲੈਂਦੇ ਨੇ ਲੋਕ। ਜੇ ਅਪਰ ਕਲਾਸ 'ਚ ਗੱਲ ਕਰੀਏ ਤਾਂ ਉਹਦੇ ਅੰਦਰ ਬਹੁਤ ਸਾਰੇ ਇਸ਼ੂਜ਼ ਨੇ, ਟੈਕਸੇਸ਼ਨ ਇਸ਼ੂਜ਼ ਨੇ, ਕੰਮ ਨੂੰ ਚਲਾਉਣ ਦਾ ਇਸ਼ੂ ਹੈਗਾ। ਜਿਵੇਂ ਬਹੁਤ ਹੁਣ ਕੋਵਿਡ ਦੇ ਅੰਦਰ ਜਦੋਂ ਨੌਕਰੀਆਂ ਗਈਆਂ ਨੇ ਤਾਂ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਹੈਗੇ ਨੇ ਉਹ ਬਿਲਕੁਲ ਹੀ ਠੱਪ ਹੋ ਗਏ, ਸ਼ਟ ਡਾਊਨ ਹੋ ਗਏ। ਲੋਕਾਂ ਦੇ ਲੋਨ ਸਟੈਂਡ ਲੋਨਸ ਜਿਹੜੇ ਹੈਗੇ ਨੇ ਉਹ ਖੜੇ ਰਹਿ ਗਏ। ਸੋ ਇਹ ਸਾਰੇ ਸਟ੍ਰੈਸ ਜਿਹੜੇ ਸਾਡੀ ਸਮਾਜ ਦੇ ਅੰਦਰ ਹੈਗੇ ਨੇ, ਪਲੱਸ ਜਿਹੜੀਆਂ ਡਿਫਾਈਨਡ ਇਲਨੈਸਿਸ ਹੈਗੀਆਂ ਬਾਕੀ ਬਿਮਾਰੀਆਂ ਵਾਂਗੂ, ਜਿਵੇਂ ਡਾਇਬਟੀਜ਼ ਹੈ, ਸੋ ਜਿਵੇਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ, ਇਵੇਂ ਹੀ ਜਿਹੜੀਆਂ ਸਾਈਕੈਟ੍ਰਿਕ ਡਿਸਆਰਡਰਸ ਨੇ ਜਿਵੇਂ ਡਿਪਰੈਸ਼ਨ ਆ, ਐਂਗਜ਼ਾਈਟੀ ਡਿਸਆਰਡਰਸ ਹੈਗੇ ਆ, ਓਬਸੈਸਿਵ ਕੰਪਲਸਿਵ ਡਿਸਆਰਡਰ ਆ, ਸਕਿਜ਼ੋਫਰੇਨੀਆ ਹੈਗਾ ਹੈ, ਜਾਂ ਬੱਚਿਆਂ ਦੇ ਅੰਦਰ ਬਿਮਾਰੀਆਂ ਨੇ ਜਿਵੇਂ ਔਟਿਜ਼ਮ ਆ, ਲਰਨਿੰਗ ਡਿਸਆਰਡਰਸ ਹੈਗੇ ਨੇ, ਐਨਿਊਰੈਸਿਸ ਯਾਨੀ ਕਿ ਬੱਚੇ ਦਾ ਪਿਸ਼ਾਬ ਵਿੱਚ ਨਿਕਲ ਜਾਣਾ, ਐਨਕੋਪਰੈਸਿਸ ਯਾਨੀ ਕਿ ਪੋਟੀ ਵਿੱਚੇ ਹੋ ਜਾਣਾ, ਜਾਂ ਸਟੈਮਰਿੰਗ ਆ, ਸਟਟਰਿੰਗ ਆ। ਇਸ ਕਿਸਮ ਦੀਆਂ ਬੱਚਿਆਂ ਦੇ ਅੰਦਰ ਵੀ ਅਣਗਿਣਤ ਬਿਮਾਰੀਆਂ ਹੈਗੀਆਂ ਜਿਹੜੀਆਂ ਓਵਰਲੁੱਕ ਹੋ ਜਾਂਦੀਆਂ। ਸਕੂਲ ਗੋਇੰਗ ਬੱਚਿਆਂ ਦੇ ਅੰਦਰ ਲਰਨਿੰਗ ਡਿਸਆਰਡਰ ਬਹੁਤ ਕਾਮਨ ਚੀਜ਼ ਹੈਗੀ ਆ। ਡਿਸਲੈਕਸੀਆ ਹੈ ਬੱਚਿਆਂ ਦੇ ਅੰਦਰ, ਬੱਚੇ ਕੋਲ ਪੜ੍ਹਿਆ ਨਹੀਂ ਜਾਂਦਾ ਔਰ ਬੱਚੇ ਨੂੰ ਇਸ ਗੱਲ ਦੇ ਉੱਤੇ ਕੁੱਟ-ਕੁਟਾਪਾ ਕੀਤਾ ਜਾਂਦਾ। ਅਸੀਂ ਇੱਕ ਮੂਵੀ ਵੀ ਦੇਖੀ ਹੋਣੀ ਹੈ, ਤਾਰੇ ਤਾਰੇ ਜ਼ਮੀਨ, ਇਸ ਤਰ੍ਹਾਂ ਦੀਆਂ ਹੋਰ ਮੂਵੀਜ਼ ਵੀ ਹੈਗੀਆਂ ਨੇ। ਸੋ ਉਹਨਾਂ ਦੇ ਅੰਦਰ ਇਹ ਦਰਸਾਇਆ ਗਿਆ ਕਿ ਬੱਚਿਆਂ ਨੂੰ ਇੱਕ ਸਪੈਸੀਫਿਕ ਨੀਡਸ ਦੀ ਲੋੜ ਹੁੰਦੀ ਹੈ। ਮੰਨ ਲਓ ਆਟਿਸਟਿਕ ਬੱਚਾ ਹੈਗਾ, ਜਿਹੜੇ ਹਾਈ ਫੰਕਸ਼ਨਿੰਗ ਆਟਿਜ਼ਮ ਹੈਗੇ ਨੇ, ਇਹ ਬੱਚੇ ਬਹੁਤ ਅੱਛਾ ਪਰਫਾਰਮ ਕਰਦੇ ਨੇ, ਬਸ਼ਰਤੇ ਇਹਨਾਂ ਨੂੰ ਇੱਕ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਵੇ। ਸੋ ਉਸ ਲੈਕ ਆਫ ਨੌਲੇਜ ਦੇ ਕਰਕੇ ਬੱਚਿਆਂ ਨੂੰ ਸਕੂਲੋਂ ਕੱਢਿਆ ਵੀ ਜਾਂਦਾ। ਇੱਕ ਕਿੱਸਾ ਤੁਹਾਨੂੰ ਯਾਦ ਹੋਏਗਾ, ਮੇਧਾਵੀ ਬੱਚੀ ਜਿਹਨੂੰ ਲਰਨਿੰਗ ਡਿਸਆਰਡਰ ਹੈਗਾ ਸੀ, ਉਹਨੂੰ ਸਕੂਲੋਂ ਕੱਢਿਆ ਗਿਆ ਸੀਗਾ, ਔਰ ਉਹ ਬੱਚੀ ਨੇ ਆਪਣੇ ਅੰਮ੍ਰਿਤਸਰ ਦੇ ਅੰਦਰੋਂ ਸੈਕਿੰਡ ਰੈਂਕ ਲਿੱਤਾ ਸੀ ਦੂਸਰੇ ਸਕੂਲ ਜਾ ਕੇ। ਫਰਕ ਸਿਰਫ ਇਹ ਸੀਗਾ ਕਿ ਉਸ ਬੱਚੀ ਨੂੰ ਅਸੀਂ ਟ੍ਰੇਨਿੰਗ ਦਿੱਤੀ ਸੀਗੀ, ਉਸ ਬੱਚੀ ਦੇ ਮਾਪਿਓ ਨੂੰ ਸਿਖਾਇਆ ਸੀਗਾ ਕਿ ਇਹ ਬੱਚੀ ਨੂੰ ਕਿਵੇਂ ਪੜ੍ਹਾਉਣਾ। ਫਿਰ ਇਸ ਤਰ੍ਹਾਂ ਇੱਕ ਕੇਸ ਤੁਹਾਨੂੰ ਜੁਗਰਾਜ ਸਿੰਘ ਯਾਦ ਹੋਏਗਾ, ਲੜਕਾ ਕਰੀਬਨ 6 ਇਅਰਸ ਦਾ ਉਦੋਂ ਸੀਗਾ ਬੱਚਾ, 4 ਸਾਲ ਪਹਿਲਾਂ ਜਦੋਂ ਮੇਰੇ ਕੋਲ ਆਇਆ ਸੀ। ਉਹਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਬੱਚਾ ਆਟਿਸਟਿਕ ਹੈਗਾ ਅਤੇ ਕਦੀ ਵੀ ਸਪੀਚ ਨਹੀਂ ਇਹਦੀ ਆਏਗੀ, ਪਰ ਉਹ ਬੱਚਾ ਅੱਜ ਦੀ ਤਰੀਕ ਦੇ ਅੰਦਰ ਆਫਟਰ 3 ਇਅਰਸ ਉਹ ਬੱਚਾ ਨਾਰਮਲ ਸਕੂਲ ਦੇ ਅੰਦਰ ਜਾ ਰਿਹਾ। ਇਸੇ ਤਰ੍ਹਾਂ ਹੀ ਜਿਹੜੇ ਬੱਚੇ ਰਿਟਾਰਡਡ ਸੀਗੇ, ਜਾਂ ਐਂਬਰ ਅਠਵਾਲ ਦਾ ਕੇਸ ਤੁਹਾਨੂੰ ਯਾਦ ਹੋਏਗਾ, ਕੈਨੇਡਾ ਤੋਂ ਜਿਹੜੀ ਬੱਚੀ ਇੰਡੀਆ ਆਈ ਸੀਗੀ ਟ੍ਰੀਟਮੈਂਟ ਵਾਸਤੇ, ਉਹ ਬੱਚੀ ਵੀ ਬਹੁਤ ਅੱਛਾ ਨਾਰਮਲ ਸਕੂਲ ਦੇ ਅੰਦਰ ਉਹ ਬੱਚੀ ਹੁਣ ਇਸ ਟਾਈਮ 'ਤੇ ਜਾ ਰਹੀ ਹੈਗੀ ਆ। ਸੋ ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੀ ਇਹ ਸਾਈਕੈਟ੍ਰਿਕ ਇਲਨੈਸਿਸ ਨੂੰ, ਕਈ ਵਾਰੀ ਬੱਚਿਆਂ ਦੇ ਸਾਈਕੈਟ੍ਰਿਕ ਇਲਨੈਸਿਸ ਨੂੰ ਅਸੀਂ ਸਟਿਗਮਾ ਲਗਾ ਦਿੰਦੇ ਹਾਂ। ਇਹੀ ਨਾ ਸਭ ਮੈਂ ਇਹ ਚੀਜ਼ ਬੜੀ ਜ਼ਰੂਰੀ ਆ ਕਿ ਜਿੱਦਾਂ ਤੁਸੀਂ ਸ਼ੁਰੂ 'ਚ ਇਹ ਗੱਲ ਕਹਿ ਦਿੱਤੀ ਕਿ ਸੋਸ਼ਲ ਸਟਿਗਮਾ ਸਮਝਿਆ ਜਾਂਦਾ ਇਸ ਚੀਜ਼ ਨੂੰ, ਉਹ 'ਚੋਂ ਕਿੱਦਾਂ ਕੱਢ ਸਕਦੇ ਹਾਂ ਅਸੀਂ ਲੋਕਾਂ ਨੂੰ ਕਿ ਆਂਢੀ ਗੁਆਂਢੀ ਲੋਕੀ ਕੀ ਕਹਿਣਗੇ, ਇਸ ਚੀਜ਼ ਤੋਂ ਡਰਦੇ ਰਹਿੰਦੇ ਅਸੀਂ, ਕਿ ਕਿਵੇਂ ਕੱਢ ਸਕਦੇ ਹਾਂ ਅਸੀਂ?
ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈਗਾ ਕਿ ਇਸ ਦੇ ਅੰਦਰ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਫਿਰ ਜਾਗਰੂਕਤਾ ਜਿਹੜੀ ਲੈ ਕੇ ਆਣੀ ਆ, ਹੁਣ ਮੰਨ ਲਓ ਅੱਜ ਅਸੀਂ ਇਹ ਲੈਕਚਰ ਕਰ ਰਹੇ ਹਾਂ, ਪਤਾ ਨਹੀਂ ਕਿੰਨੇ ਹੀ ਲੋਕ ਇਹ ਲੈਕਚਰ ਨੂੰ ਸੁਣਨਗੇ ਜਾਂ ਇਹ ਡਿਸਕਸ਼ਨ ਨੂੰ ਆਪਣੇ ਨੂੰ ਸੁਣਨਗੇ, ਕਿੰਨੇ ਹੀ ਲੋਕ ਸੁਣਨਗੇ। ਜਦੋਂ ਇਹ ਲੋਕ ਇਸ ਚੀਜ਼ ਨੂੰ ਸੁਣਨਗੇ ਤੇ ਉਹਨਾਂ ਵਿੱਚ ਅਵੇਅਰਨੈਸ ਆਏਗੀ ਕਿ ਜਿਸ ਤਰ੍ਹਾਂ ਬਾਕੀ ਬਿਮਾਰੀਆਂ ਨੇ, ਜਿਸ ਤਰ੍ਹਾਂ ਡਾਇਬੀਟੀਜ਼ ਹੈਗੀ ਹੈ, ਜਾਂ ਜਿਸ ਤਰ੍ਹਾਂ ਸਮਝ ਲਓ ਹਾਈਪਰਟੈਂਸ਼ਨ ਆ, ਜਿਸ ਤਰ੍ਹਾਂ ਹੋਰ ਬਿਮਾਰੀ ਟਾਈਫਾਇਡ ਹੈ, ਇਲਨੈਸ ਹੈਗੀ ਆ, ਜਦ ਤੱਕ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਸੀ ਹੈਗੀ ਅਸੀਂ ਅੰਦਾਜ਼ੇ ਨਾਲ ਟ੍ਰੀਟਮੈਂਟ ਕਰਦੇ ਸੀ। ਅੱਜ ਤੋਂ ਅਗਰ 50 ਸਾਲ 60 ਸਾਲ ਪਹਿਲਾਂ ਚੱਲ ਜਾਈਏ, ਕੋਲਰਾ ਦੇ ਕਰਕੇ ਕਿੰਨੀਆਂ ਡੈਥਸ ਹੁੰਦੀਆਂ ਸੀਗੀਆਂ, ਡੀਹਾਈਡਰੇਸ਼ਨ ਬੱਚਿਆਂ ਦੇ ਅੰਦਰ ਜਦੋਂ ਹੁੰਦੀ ਸੀ ਉਦੋਂ ਕਿੰਨੀਆਂ ਡੈਥਸ ਹੁੰਦੀਆਂ ਸੀਗੀਆਂ। ਅੱਜ ਆਫਟਰ 50 ਇਅਰਸ ਮੈਡੀਸਿਨਸ ਆਉਂਦੀਆਂ ਨੇ, ਕਦੀ ਕੋਈ ਆਪਾਂ ਸੁਣਿਆ ਕਿ ਡੀਹਾਈਡਰੇਸ਼ਨ ਦੇ ਨਾਲ ਡੈਥ ਹੋਈ ਹੋਵੇ ਕਿਸੇ ਦੀ। ਸੋ ਇਸੇ ਤਰੀਕੇ ਸਾਈਕੈਟ੍ਰਿਕ ਇਲਨੈਸਿਸ ਬਾਰੇ ਦੱਸਣਾ ਚਾਹੂੰਗਾ ਕਿ ਅਵੇਅਰਨੈਸ ਜਦੋਂ ਅਸੀਂ ਪੈਦਾ ਕਰਾਂਗੇ ਲੋਕਾਂ ਦੇ ਵਿੱਚ, ਮੈਂ ਤੁਸੀਂ ਸਾਰੇ ਜਣੇ ਰਲ ਕੇ ਜਦੋਂ ਅਵੇਅਰਨੈਸ ਪੈਦਾ ਕਰਾਂਗੇ ਤੇ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਇਹ ਨਹੀਂ ਆਉਣਗੀਆਂ, ਇਹ ਬਹੁਤ ਘੱਟ ਆਉਣਗੀਆਂ ਲੋਕਾਂ ਨੂੰ। ਸੋ ਦੂਸਰੀ ਗੱਲ, ਜੇ ਪ੍ਰੋਬਲਮਸ ਆਉਂਦੀਆਂ ਵੀ ਨੇ ਤੇ ਮਾਹਿਰ ਡਾਕਟਰਸ ਦੀ ਟੀਮ ਅਵੇਲੇਬਲ ਹੈਗੀ ਹੈ, ਤੁਸੀਂ ਡਾਕਟਰਸ ਕੋਲ ਜਾਓ। ਇਸ ਦੀ ਬਜਾਏ ਕਿ ਅਸੀਂ ਸਟਿਗਮਾ ਲਗਾ ਕੇ ਬਿਮਾਰੀ ਨੂੰ ਘਰ 'ਚ ਰੱਖੀਏ। ਮੈਂ ਤੁਹਾਡੇ ਨਾਲ ਬੜੀ ਇੱਕ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੂੰਗਾ ਕਿ ਪਿਛਲੇ ਸਾਲ ਬੀਤਿਆ ਸਾਲ ਇੰਡੀਆ ਦੇ ਅੰਦਰ 1.5 ਲੱਖ ਲੋਕਾਂ ਨੇ ਸੁਸਾਈਡ ਕੀਤਾ ਹੈਗਾ, ਔਰ ਸੁਸਾਈਡ ਬਾਈ ਡੈਥ ਹੋਈ ਹੈ, ਜਿਹੜੇ ਰਿਪੋਰਟਡ ਨੇ। ਜਿਹੜੇ ਅੰਡਰ ਰਿਪੋਰਟਿੰਗ ਹੈਗੀ ਆ, ਜਿਹੜੇ ਲੋਕ ਦੱਸਦੇ ਹੀ ਨਹੀਂ ਵੀ ਹਾਰਟ ਅਟੈਕ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਵੀ ਸਟਿਗਮਾ ਨਾ ਲੱਗੇ ਸਾਡੇ ਪਰਿਵਾਰ ਦੇ ਉੱਤੇ, ਉਹ ਬਹੁਤ ਜ਼ਿਆਦਾ ਨੇ, ਉਹ ਕਿਤੇ ਜ਼ਿਆਦਾ ਨੇ। ਇਹਦੇ ਨਾਲੋਂ 3 ਜਾਂ 4 ਗੁਣਾ ਸਾਡੀ ਜਿਹੜੀ ਇੰਡੀਅਨ ਸਾਈਕੈਟ੍ਰਿਕ ਸੁਸਾਇਟੀ ਹੈਗੀ ਹੈ ਉਸਨੇ ਇੱਕ ਅੰਦਾਜ਼ਾ ਲਗਾਇਆ ਕਿ ਜਿੰਨੀ ਇਹ ਫਿਗਰ ਹੈਗੀ ਹੈ 1.5 ਲੈਕਸ, ਇਸ ਤੋਂ 3 ਜਾਂ 4 ਗੁਣਾ ਟੋਟਲ ਫਿਗਰ ਹੈਗੀ ਹੈ ਜਿਹੜੀ ਹੋ ਸਕਦੀ ਹੈ ਕਿ ਜਿਹੜੇ ਲੋਕ ਅੰਡਰ ਰਿਪੋਰਟਿੰਗ ਹੈਗੀ ਹੈ ਇਸ ਦੀ। ਸੋ ਦੇਖੋ ਬੜਾ ਵੱਡਾ ਨੰਬਰ ਹੈ ਡਾ ਸਾਹਿਬ, ਮਤਲਬ ਜਿਹੜਾ ਜਿਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਸੀ, ਪ੍ਰੀਵੈਂਟ ਕੀਤਾ ਜਾ ਸਕਦਾ ਹੈ। ਔਰ ਤੁਸੀਂ ਇਹ ਦੇਖੋ ਕਿ ਅਗਰ ਮੈਂ ਇਹਨਾਂ ਅੰਦਾਜ਼ਿਆਂ ਦੇ ਨਾਲ ਚੱਲਾਂ ਜੋ ਕਿ ਇੰਡੀਅਨ ਸਾਈਕੈਟ੍ਰਿਕ ਸੁਸਾਇਟੀ ਨੇ ਲਾਸਟ ਈਅਰ ਦਿੱਤੇ ਸੀਗੇ, ਸੋ ਅਗਰ ਇਹਨਾਂ ਅੰਦਾਜ਼ਿਆਂ ਦੇ ਨਾਲ ਚੱਲਣਾ, ਔਰ ਇਹ ਸਾਲ ਦੀਆਂ ਜਿਹੜੀਆਂ ਫਿਗਰਸ ਆਉਣਗੀਆਂ ਉਹ ਕਿਤੇ ਜ਼ਿਆਦਾ ਆਉਣਗੀਆਂ, ਕਿਉਂਕਿ ਕੋਵਿਡ ਨੇ ਬੜੇ ਲੋਕਾਂ ਦਾ ਰੁਜ਼ਗਾਰ ਖੋਲ੍ਹਿਆ। ਆ ਪਿੱਛੇ ਜੇ ਤੁਸੀਂ ਕੇਸ ਇੱਕ ਸੁਣਿਆ ਹੋਣਾ ਹੈ ਕਿ ਇੱਕ ਇੱਥੇ ਕਬੀਰ ਪਾਰਕ ਦੇ ਅੰਦਰ ਹੀ ਇੱਕ ਬੰਦੇ ਨੇ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਨਹਿਰ 'ਚ ਛਾਲ ਕਰ ਦਿੱਤੀ। ਹੁਣ ਥੋੜ੍ਹੇ ਦਿਨ ਪੁਰਾਣੀ ਰੀਸੈਂਟ ਜੀ ਹੈਗੀ ਹੈ, ਕਿਉਂਕਿ ਉਹਦੇ 'ਤੇ ਕਰਜ਼ਾ ਨਹੀਂ ਲਾਇਆ ਗਿਆ। ਸੋ ਇਸ ਤਰ੍ਹਾਂ ਦੇ ਕਿੱਸੇ ਜਿਹੜੇ ਹੈਗੇ ਆ, ਔਰ ਇਸ ਤਰ੍ਹਾਂ ਦੀਆਂ ਡੈਥਸ ਜਿਹੜੀਆਂ ਹੈਗੀਆਂ ਨੇ, ਇਹ ਇਸ ਸਾਲ ਦੇ ਅੰਦਰ ਇਹ ਪਿਛਲੀ ਸਾਲ ਨਾਲੋਂ ਵੀ ਫਿਗਰ ਜ਼ਿਆਦਾ ਹੋਣ ਵਾਲੀ ਹੈ। ਇੱਕ ਸੇਲਸਮੈਨ ਸੀ, ਉਹਨੇ ਵੀ ਇਸ ਤਰ੍ਹਾਂ ਹੀ ਸੁਸਾਈਡ ਕੀਤਾ। ਹਾਂਜੀ, ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਦੇ ਅੰਦਰ ਇਹ ਪ੍ਰੀਵੈਂਟੇਬਲ ਡੈਥਸ ਨੇ। ਇਹਦੇ ਸਾਈਨ ਸਿੰਪਟਮਸ ਲੋਕਾਂ 'ਚ ਡਿਪਰੈਸ਼ਨ ਦੇ, ਐਂਗਜ਼ਾਇਟੀ ਦੇ ਲੋਕਾਂ ਦੇ ਅੰਦਰ ਆ ਜਾਂਦੇ ਨੇ, ਔਰ ਉਹਨਾਂ ਸਾਈਨਸ ਐਂਡ ਸਿੰਪਟਮਸ ਨੂੰ ਰੈਕੋਗਨਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਅਲਾਮਤਾਂ ਨੂੰ ਡਿਸਕਸ ਕਰਨਾ ਲੋਕਾਂ ਦੇ ਨਾਲ। ਇੱਕ ਲਾਸਟ ਈਅਰ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ, ਲੈਟਸ ਟਾਕ ਡਿਪਰੈਸ਼ਨ। ਸਾਡੀ ਸੁਸਾਇਟੀ ਵੱਲੋਂ, ਇੰਡੀਅਨ ਸਾਈਕੈਟ੍ਰਿਕ ਸੁਸਾਇਟੀ ਵੱਲੋਂ ਇਹ ਸਾਨੂੰ ਟੀਚਾ ਦਿੱਤਾ ਗਿਆ ਸੀ, ਲੈਟਸ ਟਾਕ। ਆਪਾਂ ਗੱਲ ਕਰਦੇ ਹਾਂ, ਗੱਲ ਕਰਾਂਗੇ, ਡਿਸਕਸ ਕਰਾਂਗੇ, ਤੇ ਬਿਮਾਰੀ ਜਿਹੜੀ ਹੈਗੀ ਹੈ ਉਸ ਦੇ ਉੱਤੇ ਪਰਦੇ ਪਾਉਣ ਦੀ ਬਜਾਏ ਤੁਸੀਂ ਆਪਣੇ ਡਾਕਟਰ ਨਾਲ ਜਾ ਕੇ ਡਿਸਕਸ ਕਰੋ, ਓਪਨ ਕਰੋ। ਬਿਲਕੁਲ ਜੀ, ਸਾਡੇ ਪੁਰਾਣੇ ਬਜ਼ੁਰਗ ਵੀ ਕਹਿੰਦੇ ਸੀ ਤੁਸੀਂ ਰੋ ਲਓ ਜਾਂ ਆਪਣੀ ਗੱਲ ਕਰ ਦਿਓ ਤਾਂ ਬੋਝ ਹਲਕਾ ਹੋ ਜਾਂਦਾ। ਬੋਝ ਹਲਕਾ ਹੋ ਜਾਂਦਾ। ਸੋ ਹੁਣ ਅਗਰ ਆਪਾਂ ਹੁਣ ਲਾਸਟ 15 ਇਅਰਸ ਦੀ ਮੈਂ ਗੱਲ ਕਰਾਂ ਤੇ ਸਮਾਜ ਵਿੱਚ ਬਹੁਤ ਸਾਰੇ ਬਦਲਾਅ ਆਏ ਨੇ। ਬਦਲਾਅ ਇਨ ਦਾ ਸੈਂਸ ਕਿ ਫੈਮਲੀਜ਼ ਜਿਹੜੀਆਂ ਨੇ ਨਿਊਕਲੀਅਰ ਹੋ ਗਈਆਂ ਨੇ, ਔਰ ਜਿਹੜੇ ਹੈੱਡ ਆਫ ਦੀ ਫੈਮਿਲੀ ਨੇ ਉਹ ਇੱਕ ਬੰਦਾ ਜਿਹੜਾ ਹੈਗਾ ਉਹ ਫੈਮਿਲੀ ਨੂੰ ਰਨ ਕਰ ਰਿਹਾ। ਜੇ ਉਹਦੇ 'ਤੇ ਫਾਈਨੈਂਸ਼ੀਅਲ ਬਰਡਨਸ ਆ ਜਾਂਦੇ ਆ ਜਾਂ ਫਾਈਨੈਂਸ਼ੀਅਲ ਪ੍ਰੋਬਲਮਸ ਆ ਜਾਂਦੀਆਂ ਜਾਂ ਉਸ ਦੀ ਨੌਕਰੀ ਚਲੀ ਜਾਂਦੀ ਹੈਗੀ ਆ, ਤਾਂ ਉਹ ਕਾਫੀ ਜ਼ਿਆਦਾ ਬਰਡਨ ਉਸ ਬੰਦੇ ਦੇ ਉੱਤੇ ਆ ਜਾਂਦਾ। ਇਸ ਤੋਂ ਬਨਿਸਬਤ ਕੁਝ ਸਾਲ ਪਹਿਲਾਂ ਫੈਮਲੀਜ਼ ਇਕੱਠੀਆਂ ਸੀਗੀਆਂ, ਬਿਜ਼ਨਸਿਸ ਇਕੱਠੇ ਹੁੰਦੇ ਸੀਗੇ। ਸੋ ਉਹਦੇ ਨਾਲ ਐਡਵਾਂਟੇਜ ਇਹ ਹੁੰਦਾ ਸੀ ਕਿ ਫੈਮਿਲੀ ਤੁਹਾਡਾ ਇੱਕ ਬਫਰ ਬਣ ਜਾਂਦੀ ਸੀ। ਪਰਿਵਾਰ ਇਕੱਠੇ ਖਾਂਦੇ ਸੀ, ਇਕੱਠੇ ਬੈਠਦੇ ਸੀ। ਜੇ ਇੱਕ ਜਣੇ ਨੂੰ ਕੋਈ ਪ੍ਰੋਬਲਮ ਵੀ ਹੈਗੀ ਹੈ, ਬਾਕੀ ਫੈਮਿਲੀ ਉਸ ਚੀਜ਼ ਨੂੰ ਕਵਰ ਕਰ ਲੈਂਦੀ ਸੀ। ਇਹ ਸੈਡਲੀ ਹੁਣ ਸਾਡੇ ਜਿਸ ਤਰ੍ਹਾਂ ਚੇਂਜ ਹੋ ਰਿਹਾ, ਵੈਸਟਰਨਾਈਜ਼ ਹੋ ਰਿਹਾ ਸਾਡਾ ਕਲਚਰ, ਸੋ ਉਹਦੇ ਅੰਦਰ ਇਹ ਚੀਜ਼ ਜਿਹੜੀ ਹੈਗੀ ਹੈ ਕਾਫੀ ਘੱਟ ਰਹੀ ਹੈ। ਡਾਕਟਰ ਸਾਹਿਬ ਮਾਫੀ ਚਾਹੂੰਗਾ, ਤੁਹਾਨੂੰ ਥੋੜ੍ਹਾ ਜਿਹਾ ਰੋਕਣਾ ਚਾਹੁੰਦਾ ਕਿ ਤੁਸੀਂ ਇਹ ਜਿਹੜੀ ਸੁਸਾਈਡ ਵਾਲੀ ਗੱਲ ਕੀਤੀ ਸੀ, ਉਹ ਨੰਬਰ ਮੇਰੇ ਦਿਮਾਗ 'ਚ ਸਟ੍ਰਾਈਕ ਕਰ ਰਿਹਾ, ਬਹੁਤ ਵੱਡਾ ਨੰਬਰ ਹੈ। ਇੱਕ ਤੁਸੀਂ ਸਿੰਪਟਮਸ ਦੀ ਗੱਲ ਕੀਤੀ ਕਿ ਉਹ ਪਛਾਣਨੇ ਬਹੁਤ ਜ਼ਰੂਰੀ ਨੇ, ਦਰਸ਼ਕ ਹੁਣ ਦੇਖ ਰਹੇ ਨੇ, ਅਤੇ ਤੁਸੀਂ ਉਹ ਸਿੰਪਟਮਸ ਦੱਸ ਸਕਦੇ ਹੋ ਥੋੜ੍ਹਾ ਜਿਹਾ ਕਿ ਕਿਵੇਂ ਆਮ ਲੋਕ ਕਿਵੇਂ ਪਛਾਣ ਸਕਦੇ ਨੇ ਕਿ ਇੰਨੇ ਕਿ ਡਿਪਰੈਸ਼ਨ 'ਚ ਆ, ਇਹ ਸੁਸਾਈਡ ਦੇ ਲੈਵਲ ਤੱਕ ਪਹੁੰਚ ਸਕਦਾ, ਉਹਦਾ ਥੋੜ੍ਹਾ ਜਿਹਾ ਦੱਸ ਦਿਓ। ਸੋ ਅਗਰ ਕੋਈ ਬੰਦਾ ਕੁਝ ਸਮੇਂ ਤੋਂ ਡਿਪਰੈਸਡ ਰਹਿ ਰਿਹਾ, ਪਿਛਲੇ 3 ਮਹੀਨਿਆਂ ਤੋਂ ਡਿਪਰੈਸ ਰਹਿ ਰਿਹਾ, ਜਾਂ ਉਹਦੀ ਨੌਕਰੀ ਚਲੀ ਗਈ ਹੈ, ਜਾਂ ਫੈਮਿਲੀ ਦੇ ਅੰਦਰ ਕੋਈ ਪ੍ਰੋਬਲਮ ਹੋ ਗਈ ਹੈ ਜਿਹਦੇ ਕਰਕੇ ਉਹ ਅਲੋਨ ਰਹਿਣ ਲੱਗ ਪਿਆ ਜਾਂ ਇਕੱਲਾ ਰਹਿਣ ਲੱਗ ਪਿਆ, ਜਾਂ ਗੱਲ ਘੱਟ ਕਰ ਰਿਹਾ, ਜਾਂ ਇੱਧਰ ਉੱਧਰ ਦੀਆਂ ਗੱਲਾਂ ਜ਼ਿਆਦਾ ਕਰਦਾ ਹੈ, ਜਾਂ ਨੀਂਦ ਨਹੀਂ ਆ ਰਹੀ ਹੈ ਉਸ ਨੂੰ, ਜਾਂ ਉਹ ਬੰਦਾ ਜੋ ਚੀਜ਼ਾਂ ਪਹਿਲਾਂ ਇੰਜੋਏ ਕਰਦਾ ਸੀ ਕਰਨੀਆਂ, ਜਿਸ ਤਰ੍ਹਾਂ
ਲੋਕਾਂ ਨਾਲ ਬੈਠ ਕੇ ਡਿਸਕਸ਼ਨ ਕਰਨੀ, ਫੈਮਿਲੀ 'ਚ ਬੈਠਣਾ, ਉਹ ਚੀਜ਼ਾਂ ਉਸਨੇ ਬੰਦ ਕਰ ਦਿੱਤੀਆਂ ਨੇ। ਅਤੇ ਇਹ ਸਾਰੀਆਂ ਜਿਹੜੀਆਂ ਅਲਾਮਤਾਂ ਹੈਗੀਆਂ ਨੇ, ਇਹਨਾਂ ਨੂੰ ਧਿਆਨ 'ਚ ਜ਼ਰੂਰ ਰੱਖਣਾ ਚਾਹੀਦਾ ਹੈ। ਔਰ ਜਲਦੀ ਤੋਂ ਜਲਦੀ ਜੇ ਆਪਣੇ ਪਰਿਵਾਰਿਕ ਕਿਸੇ ਮੈਂਬਰ ਨੂੰ ਇਹ ਦੇਖੋ, ਭਾਵੇਂ ਉਹ ਬੱਚਾ ਹੈ, ਭਾਵੇਂ ਅਡੋਲੈਸੈਂਟ ਕੋਈ ਹੈਗਾ, ਜਿਸ ਤਰ੍ਹਾਂ ਹੁਣ ਰੀਸੈਂਟਲੀ ਇੱਕ ਐਗਜ਼ਾਮ ਲੜਕੀ ਨੇ ਸੁਸਾਈਡ ਕੀਤਾ ਸੀਗਾ, ਉਹਦੇ ਐਗਜ਼ਾਮ 'ਚ ਫੇਲ ਹੋ ਗਈ ਸੀਗੀ ਅਤੇ ਉਹ ਲੜਕੀ ਨੇ ਸੁਸਾਈਡ ਕੀਤਾ, 6 ਦੀ ਲੜਕੀ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਲੋਕਾਂ ਨੂੰ ਅਲਾਮਤਾਂ ਨੂੰ ਰਿਅਲਾਈਜ਼ ਕਰ ਲੈਣਾ ਚਾਹੀਦਾ। ਹੁਣ ਸਾਡੇ ਕੋਲ, ਮੇਰੇ ਕੋਲ ਇੱਕ ਬੱਚੀ ਆਈ ਸੀ, ਮੈਨੂੰ ਅਜੇ ਤੱਕ ਯਾਦ ਹੈ, ਉਸ ਦੀ ਸੋਸ਼ਲ ਸਟੱਡੀਜ਼ ਦੇ ਅੰਦਰ 9th 'ਚ ਬੱਚੀ ਸੀਗੀ ਉਹ, ਅਤੇ ਉਹ ਕਹਿੰਦੀ ਸੀ ਮੈਂ ਜੀ ਸੁਸਾਈਡ ਕਰ ਲੈਣਾ। ਉਹ ਚੁੱਪ ਰਹਿਣਾ ਸ਼ੁਰੂ ਹੋ ਗਈ ਸੀ, ਪਰ ਪੇਰੈਂਟਸ ਅਵੇਅਰ ਸੀਗੇ ਅਤੇ ਪੇਰੈਂਟਸ ਸਾਡੇ ਕੋਲ ਲੈ ਕੇ ਆਏ। ਮੈਂ ਉਸ ਦੇ ਨਾਲ, ਬੱਚੀ ਦੇ ਨਾਲ ਗੱਲ ਕੀਤੀ, ਉਹ ਕਹਿੰਦੀ ਜੀ ਮੇਰੀ ਸੋਸ਼ਲ ਸਟੱਡੀਜ਼ ਦੇ ਅੰਦਰ ਨੰਬਰ ਘੱਟ ਹੈ। ਮੈਂ ਕਿਹਾ ਕਿਵੇਂ ਘੱਟ ਹੈ? ਕਹਿੰਦੇ ਜੀ ਮੈਂ ਤਾਂ ਮੇਰੇ ਪੇਰੈਂਟਸ ਨੂੰ ਕਿਹਾ ਸੀਗਾ ਕਿ ਮੈਨੂੰ ਵਿਆਹ 'ਤੇ ਨਾ ਲੈ ਕੇ ਜਾਓ, ਪੇਰੈਂਟਸ ਮੈਨੂੰ ਵਿਆਹ 'ਤੇ ਲੈ ਗਏ ਅਤੇ ਮੇਰੇ ਕੋਲ ਪੜ੍ਹਾਈ ਨਹੀਂ ਹੋ ਪਾਈ ਅਤੇ ਮੇਰੇ ਨੰਬਰ ਘੱਟ ਆ ਗਏ, ਅਤੇ ਮੈਨੂੰ ਹੁਣ ਇਹ ਕਹਿੰਦੇ ਕਿ ਤੇਰੇ ਨੰਬਰ ਘੱਟ ਆਏ ਨੇ ਅਤੇ ਮੈਂ ਤਾਂ ਜੀ ਆਪਣੀ ਆਤਮ ਹੱਤਿਆ ਕਰ ਲਈ। ਪਰ ਜਦੋਂ ਬੱਚੇ ਨੂੰ ਗਾਈਡ ਕੀਤਾ ਗਿਆ, ਉਹਦੀ ਮੈਡਮ ਨਾਲ ਗੱਲ ਕਰਕੇ ਦੁਬਾਰਾ ਉਹਦਾ ਐਗਜ਼ਾਮ ਦਵਾਇਆ ਗਿਆ ਬੱਚੇ ਦਾ, ਉਹੀ ਬੱਚਾ ਜਿਹੜਾ ਇੱਕ ਦਿਨ ਇਹ ਸੋਚ ਰਿਹਾ ਸੀਗਾ ਕਿ ਮੈਂ ਸੁਸਾਈਡ ਕਰ ਲੈਣਾ, ਉਹੀ ਬੱਚਾ ਕਹਿੰਦਾ ਜੀ ਵੀ ਮੈਂ ਤਾਂ ਬਾਕੀ ਬੱਚਿਆਂ ਨੂੰ ਵੀ ਟਿਊਸ਼ਨ ਪੜ੍ਹਾਉਣੀ ਆ। ਇਹੀ ਪ੍ਰੀਵੈਂਸ਼ਨ ਹੈ ਜਿਹੜੀ ਬਹੁਤ ਜ਼ਰੂਰੀ ਹੈ। ਉਹ ਲੈਟਸ ਟਾਕ ਡਿਪਰੈਸ਼ਨ। ਹੁਣ ਅਗਰ ਆਪਾਂ ਹੋਰ ਬਿਮਾਰੀਆਂ ਦੀ ਗੱਲ ਕਰੀਏ, ਜਿਵੇਂ ਓਬਸੈਸਿਵ ਕੰਪਲਸਿਵ ਡਿਸਆਰਡਰ ਹੈਗਾ। ਓਬਸੈਸਿਵ ਕੰਪਲਸਿਵ ਡਿਸਆਰਡਰ ਇਹ ਹੁੰਦਾ ਹੈ ਕਿ ਜਿਹੜੇ ਲੋਕ ਹੈਗੇ ਨੇ, ਉਹ ਇੱਕ ਕੰਮ ਵਾਰ-ਵਾਰ ਕਰੀ ਜਾਂਦੇ ਨੇ। ਜੇ ਕੋਈ ਕੁੰਡੀਆਂ ਚੈੱਕ ਕਰ ਰਿਹਾ, ਹੱਥ ਧੋਣ ਲੱਗ ਪਿਆ, ਤਾਂ ਹੱਥ ਹੀ ਧੋਈ ਜਾਂਦੇ ਨੇ ਵਾਰ-ਵਾਰ। ਸੋ ਇਹ ਵੀ ਇੱਕ ਬੰਦੇ ਦਾ ਹੁਣ ਟਾਈਮ ਅਗਰ 2-3 ਘੰਟੇ ਨਹਾਉਣ 'ਤੇ ਜਾਂ ਹੱਥ ਧੋਣ 'ਤੇ ਹੀ ਨਿਕਲ ਜਾਏਗਾ, ਅਤੇ ਉਹਦਾ ਪ੍ਰੋਡਕਟਿਵ ਟਾਈਮ ਜਿਹੜਾ ਹੈਗਾ, ਜਾਂ ਉਹ ਜੋਬ ਕਰ ਰਿਹਾ ਜਾਂ ਉਹ ਕਿਤੇ ਆ ਜਾ ਰਿਹਾ ਹੈਗਾ, ਤਾਂ ਉਹ ਟਾਈਮ ਜਿਹੜਾ ਹੈਗਾ ਜਾਂ ਬਿਜ਼ਨਸ ਟਾਈਮ ਹੈਗਾ, ਉਹ ਟਾਈਮ ਨਹੀਂ ਰਹਿੰਦਾ ਉਹਦੇ ਕੋਲ। ਸੋ ਇਹ ਵੀ ਇੱਕ ਬਹੁਤ ਫਰਸਟ੍ਰੇਟਿੰਗ ਚੀਜ਼ ਹੋ ਜਾਂਦੀ ਹੈ ਫੈਮਿਲੀ ਵਾਸਤੇ, ਪੇਸ਼ੈਂਟ ਵਾਸਤੇ। ਔਰ ਫਰਸਟ੍ਰੇਸ਼ਨ ਜਿਹੜੀ ਹੈਗੀ ਆ, ਉਹ ਫਿਰ ਡਿਪਰੈਸ਼ਨ ਨੂੰ ਜਨਮ ਦਿੰਦੀ ਹੈ, ਐਂਗਜ਼ਾਈਟੀ ਨੂੰ ਜਨਮ ਦਿੰਦੀ ਹੈ। ਫਿਰ ਇੰਪਲਸਿਵ ਸੁਸਾਈਡਸ ਜਿਹੜੇ ਹੈਗੇ ਨੇ, ਫਿਰ ਕੋਈ ਇਹੋ ਜਿਹੀ ਚੀਜ਼ ਹੋ ਜਾਂਦੀ ਹੈ ਇਸ ਦੇ ਉੱਪਰ, ਅਤੇ ਘਰਦਿਆਂ ਨਾਲ ਹੀ ਮੰਨ ਲਓ ਕਿਸੇ ਦੀ ਕੋਈ ਗਹਿਮਾ ਗਹਿਮੀ ਹੋ ਗਈ, ਤਾਂ ਉਹ ਦੈਟ ਲੀਡਸ ਟੂ ਇੰਪਲਸਿਵ ਸੁਸਾਈਡਸ। ਡਾਕਟਰ ਸਾਹਿਬ, ਇਸ ਵਾਰ ਬੱਚੇ ਬੜੇ ਇਸ ਘੇਰੇ 'ਚ ਆਏ ਆ, ਬਹੁਤ ਜ਼ਿਆਦਾ ਬੱਚਿਆਂ ਦੀ, ਕਿਉਂਕਿ ਸਕੂਲਿੰਗ ਵੀ ਉੱਦਾਂ ਦੀ ਨਹੀਂ ਰਹੀ ਹੈ ਨਾ, ਬਹੁਤ ਬੁਰਾ ਹਾਲ ਰਿਹਾ। ਤੁਹਾਡੇ ਕੋਲ ਤਾਂ ਕੇਸਿਸ ਵੀ ਬਹੁਤ ਜ਼ਿਆਦਾ ਆਏ, ਅਤੇ ਹੁਣ ਇਸ ਵੇਲੇ ਜਿੱਦਾਂ ਦੀ ਹੁਣ ਸਥਿਤੀ ਹੈ, ਆਪਾਂ ਪ੍ਰੈਜ਼ੈਂਟ ਦੀ ਗੱਲ ਕਰੀਏ, ਤੁਸੀਂ ਕੀ ਐਡਵਾਈਸ ਦੇਣਾ ਚਾਹੁੰਦੇ ਹੋ ਪੇਰੈਂਟਸ ਨੂੰ ਬੱਚਿਆਂ ਦੇ ਪ੍ਰਤੀ? ਦੇਖੋ, ਲਾਸਟ ਈਅਰ ਵੀ ਆਪਾਂ ਇੱਕ ਐਪੀਸੋਡ ਕੀਤਾ ਸੀਗਾ ਜਿਹੜਾ ਇੰਟਰਨੈਟ ਐਡਿਕਸ਼ਨ ਦੇ ਉੱਤੇ ਕੀਤਾ ਸੀਗਾ। ਸੋ ਹੁਣ ਵੀ ਇਹੀ ਕਹਿਣਾ ਚਾਹੂੰਗਾ ਕਿ ਇੰਟਰਨੈਟ ਐਡਿਕਸ਼ਨ ਆ ਕੋਵਿਡ ਟਾਈਮ ਦੇ ਅੰਦਰ ਬਹੁਤ ਜ਼ਿਆਦਾ ਬੱਚਿਆਂ ਦੇ ਅੰਦਰ ਵਧੀ ਹੈ, ਕਿਉਂਕਿ ਬੱਚਿਆਂ ਦੀ ਸਕੂਲਿੰਗ ਵੀ ਆਨਲਾਈਨ ਹੋਈ ਹੈ। ਅਤੇ ਮੈਂ ਇਹ ਚਾਹੁੰਦਾ, ਪੇਰੈਂਟਸ ਦੇ ਵੱਲੋਂ ਇੱਕ ਕੋਆਪਰੇਸ਼ਨ ਚਾਹੁੰਦਾ ਕਿ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰਨ। ਬੱਚੇ ਮੋਬਾਈਲ ਦੇ ਉੱਤੇ ਕੀ ਵੇਖ ਰਹੇ ਨੇ, ਉਹ ਸੌਫਟਵੇਅਰ ਅਵੇਲੇਬਲ ਨੇ ਜਿਹੜੇ ਕਿ ਉਹ ਮੋਨੀਟਰ ਕਰ ਸਕਦੇ ਨੇ ਪੇਰੈਂਟਸ, ਮੋਬਾਈਲ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਹੈਗੀਆਂ ਨੇ, ਸੋ ਉਹ ਜ਼ਰੂਰ ਕਰਨ। ਜੇ ਮੋਬਾਈਲ ਦੇ ਰਹੇ ਹੋ, ਅੱਜ ਮਜਬੂਰੀ ਹੈਗੀ ਹੈ, ਕਿਉਂਕਿ ਸਾਨੂੰ ਅਜੇ ਵੀ ਕੁਝ ਸਕੂਲ ਜਿਹੜੇ ਨੇ ਆਨਲਾਈਨ ਟੈਸਟਿੰਗ ਕਰ ਰਹੇ ਨੇ ਜਾਂ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਸੋ ਅੱਜ ਵੀ ਜਿਹੜਾ ਹੈਗਾ ਇਹ ਟਾਈਮ ਜਿਹੜਾ ਹੈਗਾ ਚੱਲ ਰਿਹਾ। ਸੋ ਇਹਦੇ ਅੰਦਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੱਚਿਆਂ ਨੂੰ ਆਪਣੀ ਸਪੋਰਟ ਦਿਓ, ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ, ਬੱਚਿਆਂ ਦੇ ਨਾਲ ਇੰਨਾ ਦੇਖੋ ਕਿ ਉਹ ਕਿਹੜੇ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਨੇ, ਕੀ ਉਹਨਾਂ ਦੀ ਜਿਹੜੇ ਦੋਸਤ ਉਹਨਾਂ ਦੇ ਹੈਗੇ, ਉਹਨਾਂ ਦੀ ਕਿਆ ਬੈਕਗਰਾਊਂਡ ਹੈਗੀ ਹੈ, ਉਸ ਚੀਜ਼ 'ਤੇ ਚੈੱਕ ਰੱਖੋ। ਦੂਸਰਾ ਜਿਹੜਾ ਹੈਗਾ, ਮੋਬਾਈਲ ਐਕਟੀਵਿਟੀਜ਼ ਦੇ ਉੱਤੇ ਜ਼ਰੂਰ ਚੈੱਕ ਰੱਖੋ। ਤੀਸਰਾ ਜਿਹੜਾ ਹੈਗਾ ਕਿ ਹੋਮਵਰਕ ਕਰਨ ਦੇ ਵਿੱਚ ਜਾਂ ਬੱਚਿਆਂ ਨੂੰ ਲਰਨਿੰਗ ਦੇ ਅੰਦਰ ਆਪ ਬੈਠ ਕੇ ਹੈਲਪ ਕਰੋ, ਨਾ ਕਿ ਟਿਊਸ਼ਨਸ ਉਹਨਾਂ ਦੀਆਂ ਰੱਖ ਕੇ ਉਤੋਂ ਚੀਜ਼ ਤੋਂ ਪੱਲਾ ਝਾੜ ਲਓ ਕਿ ਬਈ ਜੀ ਅਸੀਂ ਤਾਂ ਟਿਊਸ਼ਨਸ ਰੱਖ ਦਿੱਤੀਆਂ ਨੇ, ਬੱਚਾ ਫਿਰ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਰਿਹਾ। ਇਹ ਆਮ ਟੈਂਡੈਂਸੀ ਹੈ। ਰਿਸਪੌਂਸਿਬਿਲਿਟੀ ਪੇਰੈਂਟਸ ਦੀ ਹੈ ਬੱਚਿਆਂ ਦਾ ਫਿਊਚਰ ਬਣਾਉਣਾ। ਦੇਖੋ, ਅੰਗਰੇਜ਼ੀ 'ਚ ਕਹਾਵਤ ਹੈ ਕਿ ਚਿਲਡਰਨ ਆਰ ਰਿਫਲੈਕਸ਼ਨਸ ਆਫ ਦੇਅਰ ਪੇਰੈਂਟਸ। ਸੋ ਉਹ ਉਸ ਤਰੀਕੇ ਦੀ ਰਿਫਲੈਕਸ਼ਨ ਅਸੀਂ ਬਣਾਉਣਾ ਚਾਹੁੰਦੇ ਹਾਂ। ਜੋ ਚੀਜ਼ ਅਸੀਂ ਕਰਨਾ ਚਾਹੁੰਦੇ ਹਾਂ, ਅਸੀਂ ਜੇ ਬੱਚਿਆਂ ਨੂੰ ਟਾਈਮ ਦੇਵਾਂਗੇ, ਬੱਚੇ ਗਰੋ ਕਰਨਗੇ, ਬੱਚੇ ਫਿਜ਼ੀਕਲੀ ਵੀ ਗਰੋ ਅੱਛਾ ਕਰਨਗੇ, ਮੈਂਟਲੀ ਵੀ ਗਰੋ ਅੱਛਾ ਕਰਨਗੇ। ਔਰ ਦੇਖੋ, ਭਵਿੱਖ ਉਹਨਾਂ ਵਾਸਤੇ ਸਾਡੀ ਇੰਨੀ ਟਾਈਮ ਇਨਵੈਸਟਮੈਂਟ ਜਿਹੜੀ ਹੈਗੀ ਹੈ, ਇਹ ਬਹੁਤ ਨੈਸੈਸਰੀ ਹੈ। ਔਰ ਦੂਸਰੀ ਚੀਜ਼ ਜਿਹੜੀ ਸਭ ਤੋਂ ਇੰਪੋਰਟੈਂਟ ਹੈਗੀ ਹੈ, ਬੱਚਿਆਂ ਦੇ ਨਾਲ ਖੇਲਣਾ। ਉਹਦੇ ਨਾਲ ਬੱਚਿਆਂ ਦੀ ਪੇਰੈਂਟਸ ਦੇ ਨਾਲ ਬੌਂਡਿੰਗ ਜਿਹੜੀ ਹੈਗੀ ਆ, ਉਹ ਵੱਧਦੀ ਹੈ। ਸਿਰਫ ਥੋੜ੍ਹਾ ਜਿਹਾ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰ ਲੈਣਾ, ਅੱਧਾ ਪੌਣਾ ਘੰਟਾ ਬੱਚਿਆਂ ਦੇ ਨਾਲ ਫਿਜ਼ੀਕਲ ਐਕਟੀਵਿਟੀ ਕਰ ਲੈਣਾ, ਖੇਲ ਲੈਣਾ, ਟੇਬਲ ਟੈਨਿਸ ਖੇਲ ਲੈਣਾ, ਬੈਡਮਿੰਟਨ ਖੇਲ ਲੈਣਾ, ਜਾਂ ਜੋਗਿੰਗ 'ਤੇ ਹੀ ਚਲੇ ਜਾਣਾ ਬੱਚਿਆਂ ਦੇ ਨਾਲ, ਇਹ ਬੱਚਿਆਂ ਨੂੰ ਫਿਜ਼ੀਕਲ ਵੈਲਬੀਇੰਗ ਤਾਂ ਦਿੰਦਾ ਹੀ ਦਿੰਦਾ ਹੈ, ਨਾਲ ਪੇਰੈਂਟਸ ਦੇ ਨਾਲ ਉਹਨਾਂ ਬੱਚਿਆਂ ਦੀ ਬੌਂਡਿੰਗ ਬੜੀ ਅੱਛੀ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਹੁਣ ਤੇ ਬੱਚਿਆਂ ਨੂੰ ਜੇ ਆਹ ਚੀਜ਼ਾਂ ਅਸੀਂ ਕਰਦੇ ਹਾਂ, ਜਿਹੜੀ ਤੁਸੀਂ ਦੱਸ ਰਹੇ ਹੋ, ਕਿ ਬੱਚਿਆਂ ਨੂੰ ਰੀਜੂਵੀਨੇਟ ਕਰਨ ਵਾਲੀ ਗੱਲ ਹੋ ਜਾਏਗੀ, ਹੈ ਨਾ, ਕਿਉਂਕਿ ਬੜਾ ਮਾੜਾ ਹਾਲ ਰਿਹਾ ਵਾ ਬੱਚਿਆਂ ਦਾ। ਜੀ,
ਡਾਕਟਰ ਸਾਹਿਬ ਇੱਕ ਹੋਰ ਗੱਲ, ਕਿਉਂਕਿ ਹੁਣ ਜਿਹੜਾ ਮੈਂਟਲ ਹੈਲਥ ਅਵੇਅਰਨੈਸ ਮੰਥ ਚੱਲ ਰਿਹਾ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਥੋੜ੍ਹੇ ਥੋੜ੍ਹੇ ਪਹਿਲੂ ਭਾਵੇਂ ਹਰ ਇੱਕ ਆਪਾਂ ਛੂ ਲਈਏ। ਇੱਕ ਬੜੀ ਵੱਡੀ ਇੱਕ ਸਮੱਸਿਆ ਹੁੰਦੀ ਹੈ ਆਮ ਤੌਰ 'ਤੇ ਉੱਤੇ, ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਮੈਂਟਲ ਹੈਲਥ ਦਾ ਸੋਸ਼ਲ ਸਟਿਗਮਾ ਕਿਹਾ ਜਾਂਦਾ, ਇੱਕ ਹੋਰ ਬੜੀ ਵੱਡੀ ਚੀਜ਼ ਹੈ ਜਿਹੜਾ ਕਿ ਸੈਕਸ਼ੂਅਲ ਡਿਸਆਰਡਰਸ ਆ, ਉਸ ਦੇ ਬਾਰੇ ਨਾ ਖੁੱਲ੍ਹ ਕੇ ਕਦੀ ਗੱਲ ਹੁੰਦੀ ਨਾ, ਕਦੀ ਕਿਸੇ ਨੂੰ ਮਤਲਬ ਈਵਨ ਇੱਥੋਂ ਤੱਕ ਕਿ ਆਪਣੇ ਵੱਡਿਆਂ ਨੂੰ, ਆਪਣੇ ਪੇਰੈਂਟਸ ਨੂੰ, ਜਾਂ ਕਿਸੇ ਨੇ ਬੱਚੇ ਨੂੰ ਕਿਸੇ ਡਾਕਟਰ ਦੇ ਕੋਲ ਲੈ ਕੇ ਜਾਂਦਾ, ਉਹ ਦੱਸਦੇ ਹੀ ਨਹੀਂ, ਹੈ ਨਾ। ਇਹ ਚੀਜ਼ਾਂ ਜਿਹੜੀਆਂ ਸਟ੍ਰੈਸ ਦਿੰਦੀਆਂ ਨੇ, ਹੈ ਨਾ, ਆਮ ਤੌਰ 'ਤੇ ਤੁਸੀਂ ਪੇਸ਼ੈਂਟਸ ਦੇਖਦੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਸੈਕਸ਼ੂਅਲ ਡਿਸਆਰਡਰ ਸਾਡੇ ਸਮਾਜ ਦੇ ਵਿੱਚ ਬਹੁਤ ਕਾਮਨ ਨੇ। ਇਹਦਾ ਇੱਕ ਹੁਣ ਵਾਲਾ ਜਿਹੜਾ ਸਮੇਂ ਜਿਹੜਾ ਜੋ ਚੱਲ ਰਿਹਾ ਹੈ, ਇਹਦੇ ਵਿੱਚ ਨਸ਼ਾ ਜਿਹੜਾ ਹੈਗਾ ਉਹ ਇੱਕ ਬੜਾ ਵੱਡਾ ਇਹਦਾ ਕੌਜ਼ ਬਣਿਆ। ਨੈਕਸਟ ਆਪਾਂ ਆਫ ਕੋਰਸ ਨਸ਼ੇ 'ਤੇ ਵੀ ਗੱਲਬਾਤ ਕਰਾਂਗੇ, ਪਰ ਇਹਦਾ ਇੱਕ ਬਹੁਤ ਵੱਡਾ ਕੌਜ਼ ਜਿਹੜਾ ਉਹ ਨਸ਼ਾ ਹੈ। ਪਿੰਡਾਂ ਦੇ ਅੰਦਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੇ ਕਿਸੇ ਨੂੰ ਕੋਈ ਸੈਕਸ਼ੂਅਲ ਡਿਸਆਰਡਰ ਹੈ ਜਾਂ ਇਰੈਕਟਾਈਲ ਡਿਸਫੰਕਸ਼ਨ ਹੈਗਾ ਹੈ, ਜਾਂ ਜਿਹਨੂੰ ਕਹਿ ਦਿੰਦੇ ਕਿ ਟਾਈਮ ਦੀ ਕਮੀ ਹੈਗੀ ਹੈ, ਟਾਈਮ ਘੱਟ ਲੱਗ ਰਿਹਾ ਹੈਗਾ, ਜਾਂ ਇਰੈਕਸ਼ਨ ਦੀ ਪ੍ਰੋਬਲਮ ਆ ਰਹੀ ਹੈ, ਉਹਦੇ ਅੰਦਰ ਕਹਿ ਦਿੰਦੇ ਆ ਕਿ ਤੁਸੀਂ ਜੇ ਅਫੀਮ ਲੈ ਲਓ ਜਾਂ ਹੈਰੋਇਨ ਲੈ ਲਓ। ਇਹ ਦੇਖੋ, ਇਹ ਮੈਨੂੰ ਬਹੁਤ ਪੇਸ਼ੈਂਟਸ ਕੋਲੋਂ ਸੁਣਨ ਨੂੰ ਮਿਲਿਆ ਕਿ ਸਟਾਰਟਿੰਗ ਕਿਸ ਤਰ੍ਹਾਂ ਹੋਈ ਸੀਗੀ, ਨਸ਼ੇ ਦੀ ਸਟਾਰਟਿੰਗ ਕਿਸ ਤਰ੍ਹਾਂ ਹੋਈ। ਉਹ ਬੜੇ ਜਣੇ ਇਹ ਦੱਸਦੇ ਨੇ। ਦੇਖੋ, ਬਹੁਤ ਹੋਰ ਆਸਪੈਕਟਸ ਵੀ ਨੇ, ਬੜੇ ਹੋਰ ਆਸਪੈਕਟਸ ਨੇ ਇਹਦੇ, ਕਿ ਦੋਸਤਾਂ ਨੇ ਇੰਟਰੋਡਿਊਸ ਕਰਤਾ, ਪੀਅਰ ਪ੍ਰੈਸ਼ਰ ਦੇ ਅੰਡਰ ਇਹਨਾਂ ਨੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ, ਗੇਟਵੇ ਡਰੱਗਸ ਤੋਂ ਸਟਾਰਟ ਕੀਤਾ, ਜਿਵੇਂ ਐਲਕੋਹਲ ਤੋਂ। ਬਟ ਵਨ ਆਫ ਦੀ ਮੇਜਰ ਕਾਜ਼ਜ਼ ਇਜ਼ ਸੈਕਸ਼ੂਅਲ ਡਿਸਆਰਡਰਸ, ਕਿਉਂਕਿ ਇਹ ਡਿਸਕਸ ਨਹੀਂ ਕਰਦੇ ਲੋਕ ਦੱਸਦੇ ਨਹੀਂ ਹੈਗੇ, ਲੋਕ ਗੱਲ ਨਹੀਂ ਕਰਦੇ ਹੈਗੇ, ਜਦਕਿ ਇਹਨਾਂ ਸੈਕਸ਼ੂਅਲ ਡਿਸਆਰਡਰਸ ਦੇ ਵਿੱਚੋਂ ਦੀ 80% 70 to 80% ਜਿਹੜੇ ਕਾਜ਼ਜ਼ ਨੇ ਉਹ ਸਾਈਕੋਲੋਜੀਕਲ ਕਾਜ਼ਜ਼ ਨੇ। ਜਿਵੇਂ ਪਰਫਾਰਮੈਂਸ ਐਂਗਜ਼ਾਈਟੀ ਹੈਗੀ ਹੈ, ਜਿਵੇਂ ਉਹਦੇ 'ਚ ਕੋਈ ਫਿਜ਼ੀਕਲੀ ਡਿਫਾਰਮਿਟੀ ਨਹੀਂ ਹੁੰਦੀ, ਕੋਈ ਫਿਜ਼ੀਕਲ ਪ੍ਰੋਬਲਮ ਨਹੀਂ ਹੁੰਦੀ ਪੇਸ਼ੈਂਟ ਨੂੰ, ਪ੍ਰੋਬਲਮ ਹੁੰਦੀ ਹੈਗੀ ਹੈ ਉਸ ਦੀ ਸਾਈਕੋਲੋਜੀਕਲ। ਉਹਦੇ ਅੰਦਰ ਕਈਆਂ ਨੂੰ ਡਿਪਰੈਸ਼ਨ ਚੱਲ ਰਿਹਾ, ਕਈਆਂ ਨੂੰ ਪਰਫਾਰਮੈਂਸ ਐਂਗਜ਼ਾਈਟੀ ਹੈਗੀ ਹੈ, ਕਈ ਲੋਕਾਂ ਨੂੰ ਨੌਲੇਜ ਹੀ ਨਹੀਂ ਹੈਗੀ ਸੈਕਸ ਦੇ ਬਾਰੇ ਪ੍ਰੋਪਰਲੀ, ਜਾਂ ਜਿਵੇਂ ਇਸ ਚੀਜ਼ ਦਾ ਨੌਲੇਜ ਕਿਸੇ ਸਕੂਲ 'ਚ ਨਹੀਂ ਦਿੱਤਾ ਜਾਂਦਾ। ਕੋਈ ਅਡੋਲਸੈਂਟਸ ਹੈਗੇ ਨੇ, ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਉਹ ਆਪਣੇ ਦੋਸਤਾਂ ਤੋਂ ਹੀ ਮਿਲਦੀ ਹੈ। ਉਹ ਇਨਫੋਰਮੇਸ਼ਨ ਕਿੰਨੀ ਕੁ ਸਹੀ ਹੈਗੀ ਹੈ, ਪੇਰੈਂਟਸ ਵੀ, ਕਿਉਂਕਿ ਇਹਨੂੰ ਸਟਿਗਮਾ ਹੀ ਇੰਨਾ ਕੁ ਵੱਡਾ ਸਾਡੇ ਸਮਾਜ ਵਿੱਚ ਬਣਾ ਦਿੱਤਾ ਗਿਆ ਹੈ ਕਿ ਪੇਰੈਂਟਸ ਵੀ ਇਹ ਚੀਜ਼ਾਂ ਨਹੀਂ ਡਿਸਕਸ ਕਰਦੇ। ਔਰ ਸੈਕਸ਼ੂਅਲ ਵੈਲਬੀਇੰਗ ਜਿਹੜੀ ਹੈਗੀ ਹੈ, ਇਟ ਇਜ਼ ਅ ਪਾਰਟ ਐਂਡ ਪਾਰਸਲ ਆਫ ਹੈਲਦੀ ਵੈਲਬੀਇੰਗ। ਸੋ ਇਹਨੂੰ ਅਸੀਂ ਉਸੇ ਤਰੀਕੇ ਹੀ ਲੈ ਕੇ, ਮੈਂ ਬੜੇ ਪੇਸ਼ੈਂਟਸ ਨੂੰ ਇਸ ਤਰ੍ਹਾਂ ਦੇਖਿਆ ਕਿ ਲੋਕਾਂ ਨੂੰ ਵਿਵਾਹਿਤ ਜੀਵਨ ਦੇ ਅੰਦਰ 3-3 4-4 ਸਾਲ ਬੀਤ ਜਾਂਦੇ ਨੇ, ਉਹਨਾਂ ਦਾ ਕੋਈ ਰਿਲੇਸ਼ਨ ਬਹੁਤ ਅੱਛਾ ਨਹੀਂ ਹੁੰਦਾ, ਔਰ ਪਰ ਡਿਸਕਸ ਕਰਨ ਤੋਂ ਸ਼ਰਮ ਮਹਿਸੂਸ ਕਰਦੇ। ਜਦਕਿ ਜਦੋਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ, ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ, ਤਾਂ ਵਿਦਿਨ 1 ਵੀਕ 10 ਡੇਜ਼ ਉਹਦੇ ਰਿਜ਼ਲਟਸ ਤੁਹਾਡੇ ਸਾਹਮਣੇ ਆ ਜਾਂਦੇ ਨੇ, ਔਰ ਬੜੇ ਖੁਸ਼ ਹੁੰਦੇ ਨੇ ਲੋਕ ਵੀ ਇਹ ਤੇ ਜੀ ਸਾਨੂੰ 4 ਸਾਲਾਂ ਤੋਂ ਚੀਜ਼ਾਂ ਹੀ ਨਹੀਂ ਸੀ ਪਤਾ ਹੈਗੀਆਂ ਜਿਹੜੀਆਂ ਤੁਸੀਂ ਗਾਈਡ ਕਰ ਰਹੇ ਹੈਗੇ। ਵੱਡਾ ਸਭ ਕੁਐਕਸ ਦਾ ਬੜਾ ਫਾਇਦਾ ਚੁੱਕਦੇ ਨੇ, ਇਹਦਾ ਬਹੁਤ ਫਾਇਦਾ ਲੈਂਦੇ ਨੇ। ਅੱਛਾ, ਹੁਣ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ, ਸਾਡੇ ਕੋਲ ਇੱਥੇ ਜਿਹੜੇ ਮੇਲ ਸੈਕਸ਼ੂਅਲ ਡਿਸਆਰਡਰਸ ਨੇ ਉਹ ਮੈਂ ਡੀਲ ਕਰਦਾ। ਡਾਕਟਰ ਦਰਪਨ ਬਾਂਸਲ ਹੈਗੇ ਨੇ ਸਾਡੇ ਕੋਲ ਇੱਥੇ, ਇੱਕੋ ਹੀ ਰੂਫ ਦੇ ਅੰਡਰ ਮੇਲ ਸੈਕਸ਼ੁਅਲਿਟੀ ਔਰ ਫੀਮੇਲ ਸੈਕਸ਼ੁਅਲਿਟੀ ਜਿਹੜੀ ਹੈਗੀ ਹੈ, ਇਹ ਦੋਵਾਂ ਚੀਜ਼ਾਂ ਦੇ ਅੰਦਰ ਅਸੀਂ ਇੱਕੋ ਰੂਫ ਦੇ ਅੰਦਰ ਟ੍ਰੀਟਮੈਂਟ ਕਰ ਰਹੇ ਹਾਂ। ਸੋ ਇਹਦੇ ਰਿਜ਼ਲਟਸ ਜਿਹੜੇ ਨੇ ਉਹ ਬਹੁਤ ਅੱਛੇ ਆ ਰਹੇ ਨੇ। ਔਰ ਲਾਸਟ 1 ਸਾਲ ਤੋਂ ਅਸੀਂ ਕੰਬਾਈਨਡ ਐਫਰਟ ਸਟਾਰਟ ਕੀਤੇ ਸੀਗੇ, ਜੇ ਤੁਹਾਨੂੰ ਯਾਦ ਹੋਏਗਾ, ਮੇਰੇ ਖਿਆਲ ਨਾਲ ਤੁਸੀਂ ਇਨੋਗ੍ਰੇਸ਼ਨ 'ਤੇ ਆਏ ਸੀਗੇ, ਅਤੇ ਅਸੀਂ ਲਾਸਟ 1 ਸਾਲ ਤੋਂ ਹੁਣੇ ਟ੍ਰੀਟਮੈਂਟ ਕਰ ਰਹੇ ਹਾਂ। ਬਹੁਤ ਕਪਲਸ ਨੇ ਜਿਨ੍ਹਾਂ ਦੀਆਂ ਫੈਮਲੀਜ਼ ਪੂਰੀਆਂ ਹੋ ਗਈਆਂ, ਜਿਨ੍ਹਾਂ ਦੇ ਬੱਚੇ ਹੋ ਗਏ, ਉਹ ਬੱਚਿਆਂ ਨੂੰ ਸਾਡੇ ਕੋਲ ਲਿਆ ਕੇ ਮਿਠਾਈਆਂ ਖਵਾ ਰਹੇ ਨੇ। ਸੋ ਜਿਹੜੇ 3-3 4-4 ਸਾਲ ਤੋਂ ਇਸ ਤਰ੍ਹਾਂ ਚੱਲ ਰਿਹਾ ਸੀਗਾ, ਸੋ ਉਹਨਾਂ ਦੇ ਜਿਹੜੇ ਅੱਗੋਂ ਹੁਣ ਫੈਮਲੀਜ਼ ਕੰਪਲੀਟ ਹੋਣਾ ਬਹੁਤ ਫੈਮਲੀ ਵਾਸਤੇ ਖੁਸ਼ੀ ਦੀ ਗੱਲ ਹੁੰਦੀ ਹੈ। ਦੇਖੋ, ਕਾਮਦੇਵ ਤੇ ਪਤਾ ਨਹੀਂ ਕਿਸੇ ਨੇ ਦੇਖੇ ਕਿ ਨਹੀਂ ਦੇਖੇ, ਪਰ ਇਹ ਡਾਕਟਰ ਸਾਹਿਬ ਉਹੀ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਉਸ ਡਿਪਰੈਸ਼ਨ ਚੋਂ ਕੱਢ ਕੇ ਉਹਨਾਂ ਨੂੰ ਇੱਥੋਂ ਤੱਕ ਕਾਬਲ ਬਣਾ ਰਹੇ ਨੇ ਕਿ ਉਹ ਆਪਣੇ ਬੱਚੇ ਪੈਦਾ ਕਰ ਰਹੇ ਨੇ ਹੈਪੀਲੀ, ਕਿਉਂਕਿ ਫੈਮਿਲੀ ਨਾਲ ਹੀ ਦੇਖੋ ਸਾਰੀਆਂ ਖੁਸ਼ੀਆਂ ਹੁੰਦੀਆਂ ਨੇ, ਉਹ ਜ਼ਿੰਦਗੀ ਦੇ ਰਹੇ ਨੇ। ਤੇ ਡਾਕਟਰ ਸਾਹਿਬ ਇਹ ਬੜੀ ਵਧੀਆ ਗੱਲ, ਬੜੀਆਂ ਫੈਮਲੀਜ਼ ਟੁੱਟਣ ਦੀ ਕਗਾਰ 'ਤੇ ਸੀ। ਡਾਈਵੋਰਸ ਵਾਲੇ ਕੇਸਿਸ ਜਿਹੜੇ ਹੈਗੇ ਆ, ਕਿਉਂਕਿ ਤੁਹਾਨੂੰ ਸ਼ਾਇਦ ਆਈਡੀਆ ਹੋਏਗਾ ਕਿ ਜਿਹੜੀ ਮੀਡੀਏਸ਼ਨ ਹੈਗੀ ਆ ਉਹ ਵੀ ਅਸੀਂ ਕਰਦੇ ਹਾਂ, ਪੁਲਿਸ ਵੱਲੋਂ ਵੀ ਅਸੀਂ ਮੀਡੀਏਸ਼ਨ ਕਰਦੇ ਹਾਂ। ਕਾਫੀ ਸਾਰੇ ਥਾਣੇ ਹੈਗੇ ਜਿਨ੍ਹਾਂ 'ਚ ਅਸੀਂ ਜਾ ਕੇ ਲੈਕਚਰਸ ਕਰ ਰਹੇ ਹਾਂ। ਪੁਲਿਸ ਕਮਿਸ਼ਨਰੇਟ ਵੱਲੋਂ ਇਹ ਚੀਜ਼ ਹੈਗੀ ਹੈ ਕਿ ਜਿਸ ਤਰ੍ਹਾਂ ਲਾਸਟ ਕਰੀਬਨ 1 ਸਾਲ ਤੋਂ ਕਾਉਂਸਲਿੰਗ ਤੁਹਾਡੇ ਥਰੂ, ਲਾਸਟ 1 ਈਅਰ ਤੋਂ ਸਾਡੇ ਸੈਮੀਨਾਰਸ ਜਿਹੜੇ ਹੈਗੇ ਨੇ, ਜਿਹੜਾ ਸੇਵਾ ਕੇਂਦਰ, ਜਿਹੜੇ ਸਾਂਝ ਕੇਂਦਰਸ ਨੇ, ਉਹਨਾਂ ਦੇ ਨਾਲ ਅਸੀਂ ਜਿਹੜਾ ਹੈਗਾ ਰਾਬਤਾ ਕਰਕੇ ਤੇ ਉਹ ਚੀਜ਼ਾਂ ਕਰ ਰਹੇ ਹਾਂ। ਮੀਡੀਏਸ਼ਨਸ ਵੀ ਕਰ ਰਹੇ ਹਾਂ ਫੈਮਲੀਜ਼ ਦੇ ਅੰਦਰ। ਸੋ ਉਹਨਾਂ ਦੇ ਅੰਦਰ ਕਈ ਕੇਸਿਸ ਇਹੋ ਜਿਹੇ ਸੀਗੇ, ਬਿਕੋਜ਼ ਆਫ ਦਿਸ ਪ੍ਰੋਬਲਮ ਉਹ ਫੈਮਲੀਜ਼ ਟੁੱਟਣ ਦੀ ਕਗਾਰ 'ਤੇ ਸੀਗੇ। ਸੋ ਉਹਨਾਂ ਫੈਮਲੀਜ਼ ਦੇ ਅੰਦਰ ਜਦੋਂ
ਪ੍ਰੋਬਲਮ ਦੀ ਜੜ ਸਮਝਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੜ ਨਿਕਲੀ ਕਿ ਸੈਕਸ਼ੂਅਲ ਡਿਸਆਰਡਰਸ ਹੈਗੇ ਸੀ। ਡਿਸਕਸ਼ਨ ਨਹੀਂ ਕੀਤੀ ਗਈ ਤੇ ਉਸ ਕਾਰਨ ਜਿਹੜੀ ਫੈਮਲੀਜ਼ ਜਿਹੜੀਆਂ ਹੈਗੀਆਂ ਉਹ ਟੁੱਟ ਰਹੀਆਂ ਸੀਗੀਆਂ। ਤੋ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਫੈਮਲੀਜ਼ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਮੁੜ ਵਸੋਂ ਹੋਈ, ਪਰਿਵਾਰ ਹੱਸਦੇ ਖੇਡਦੇ ਰਹੇ। ਸੋ ਇਹ ਚੀਜ਼ਾਂ ਨਹੀਂ ਜਿਹੜੀਆਂ ਵਾਕਈ ਡਾਕਟਰ ਸਾਹਿਬ, ਇਹ ਆਮ ਲੋਕਾਂ ਨੂੰ ਇਹ ਚੀਜ਼ਾਂ ਥੋੜੀ ਪਤਾ ਵਾ ਕਿ ਜੋ ਤੁਸੀਂ ਆਹ ਜਿਹੜੀਆਂ ਚੀਜ਼ਾਂ ਕਰ ਰਹੇ ਹੋ ਹਨਾ, ਇਹ ਕਿਸੇ ਨੂੰ ਪਤਾ ਹੀ ਨਹੀਂ। ਮੀਡੀਏਸ਼ਨ ਕਰਕੇ ਤੁਸੀਂ ਪਰਿਵਾਰ ਵਸਾਤਾ, ਠੀਕ ਹੈ ਜੀ। ਉਹਨਾਂ ਦੇ ਵਿੱਚ ਸੈਕਸ਼ੂਅਲ ਡਿਸਆਰਡਰ ਹੈ ਜਿਹਦੇ ਬਾਰੇ ਉਹ ਕਦੀ ਗੱਲ ਹੀ ਨਹੀਂ ਸੀ ਕਰਦੇ। ਤੁਹਾਡੇ ਨਾਲ ਜਦੋਂ ਗੱਲ ਕੀਤੀ ਤਾਂ ਮਸਲਾ ਸੋਲਵ ਹੋ ਗਿਆ ਹਨਾ ਜੀ। ਇਹ ਬੜੀ ਵੱਡੀ ਗੱਲ ਹੈ ਤੇ ਸਾਰਿਆਂ ਨੂੰ ਮੇਰੀ ਇਹੀ ਤਾਕੀਦ ਹੈ, ਅਪੀਲ ਵੀ ਹੈ। ਟੀਮ ਵਰਕ ਹੈ ਇਹਦੇ ਵਿੱਚ। ਲੋਕ ਜਿਹੜੇ ਚੱਕਦੇ ਨੇ ਕਿ ਜੀ ਅਸੀਂ ਫੀਮੇਲ ਡਾਕਟਰ ਕੋਲ ਜਾਣਾ ਚਾਹੁੰਦੇ ਹਾਂ ਤਾਂ ਡਾਕਟਰ ਦਰਪਨ ਬਾਂਸਲ ਸਾਡੇ ਕੋਲ ਅਵੇਲੇਬਲ ਹੈਗੇ ਨੇ। ਸੋ ਸ਼ੀ ਇਜ਼ ਦੇਅਰ ਵਿਦਿਨ ਦੀ ਹਸਪੀਟਲ। ਸੋ ਇਹਦੇ ਰਿਜ਼ਲਟਸ ਬਹੁਤ ਸਾਨੂੰ ਅੱਛੇ ਆ ਰਹੇ ਨੇ ਕਿਉਂਕਿ ਫੀਮੇਲ ਡਾਕਟਰ ਇੱਕ ਫੀਮੇਲ ਦਾ ਟ੍ਰੀਟਮੈਂਟ ਕਰਦੀ ਹੈ ਤੇ ਫੀਮੇਲ ਜਿਹੜੀ ਸ਼ਰਮ ਨਹੀਂ ਮਹਿਸੂਸ ਕਰਦੀ। ਉਹ ਡਿਸਕਸ ਕਰਨ ਦੇ ਅੰਦਰ ਓਪਨਲੀ ਗੱਲ ਕਰਨ ਦੇ ਲਈ ਗੱਲ ਤੇ ਹੋਵੇ ਨਾ, ਪਤਾ ਤਾਂ ਲੱਗੇ। ਬਹੁਤ ਕਪਲਸ ਨੂੰ ਬਹੁਤ ਇਸ ਤਰ੍ਹਾਂ ਦੇ ਅਣਗਿਣਤ ਸਟੋਰੀਜ਼ ਨੇ। ਤੁਸੀਂ ਉਹਨਾਂ ਨਾਲ ਵੀ ਡਿਸਕਸ਼ਨ ਜਦੋਂ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਅਣਗਿਣਤ ਸਟੋਰੀਜ਼ ਨੇ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੇ ਬੱਚੇ ਸਾਲਾਂ ਬਾਅਦ ਜਿਨ੍ਹਾਂ ਦੇ ਬੱਚੇ ਹੋਏ। ਬਿਲਕੁਲ। ਦੇਖੋ ਜੀ, ਇਹ ਮਾਨਸਿਕ ਤੌਰ ਤੇ ਹੀ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ। ਆਪਣੀ ਮੈਂਟਲ ਪਾਵਰ ਪਛਾਣਨ ਵਾਲੀ ਗੱਲ ਹੈ। ਤੇ ਡਾਕਟਰ ਸਾਹਿਬ, ਹੁਣ ਜਿਹੜਾ ਮਹੀਨਾ ਚੱਲ ਰਿਹਾ ਵਾ, ਇਹਦੇ ਵਾਸਤੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਕੋਈ ਕੀ ਕਰਨ ਹਨਾ, ਕਿਸ ਤਰ੍ਹਾਂ ਆਪਣੀ ਮੈਂਟਲੀ ਸਟਰੋਂਗ ਹੋਣ? ਸੋ ਇਹਦੇ ਅੰਦਰ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੇ ਆਪਣੇ ਆਪ ਦੇ ਲਈ ਸਮਾਂ ਜ਼ਰੂਰ ਕੱਢੋ, ਆਪਣੀ ਫੈਮਿਲੀ ਦੇ ਲਈ ਟਾਈਮ ਜ਼ਰੂਰ ਕੱਢੋ। ਠੀਕ ਹੈ, ਲਾਈਫ ਦੇ ਅੰਦਰ ਕਮਾਈ ਕਰਨੀ ਬਹੁਤ ਜ਼ਰੂਰੀ ਹੈ, ਲਾਈਫ ਦੇ ਅੰਦਰ ਅੱਗੇ ਵਧਣਾ ਬਹੁਤ ਜ਼ਰੂਰੀ ਹੈ, ਪਰ ਇਟ ਸ਼ੁੱਡ ਨਾਟ ਬੀ ਐਟ ਦੀ ਕਾਸਟ ਆਫ ਯੂਰ ਫੈਮਲੀਜ਼ ਟਾਈਮ। ਪਰਿਵਾਰ ਦਾ ਜਿਹੜਾ ਟਾਈਮ ਹੈਗਾ ਉਸ ਨੂੰ ਤੁਸੀਂ ਪਰਿਵਾਰ ਨੂੰ ਹੀ ਦਿਓ ਔਰ ਫੈਮਿਲੀ ਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਸਪੈਂਡ ਕਰੋ। ਜਿਸ ਤਰ੍ਹਾਂ ਬੱਚਿਆਂ ਬਾਰੇ ਮੈਂ ਦੱਸਿਆ, ਜਦੋਂ ਪੇਰੈਂਟਸ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਦੇ ਨੇ ਤੇ ਬੱਚਿਆਂ ਦੀ ਸਾਈਕੋਲੋਜੀਕਲ ਔਰ ਫਿਜ਼ੀਕਲ ਗਰੋਥ ਬਹੁਤ ਅੱਛੀ ਹੁੰਦੀ ਹੈਗੀ ਹੈ। ਇਸੇ ਤਰ੍ਹਾਂ ਹੀ ਤੁਹਾਡੇ ਫੈਮਿਲੀ ਦੇ ਅੰਦਰ ਬਜ਼ੁਰਗ ਬੈਠੇ ਨੇ, ਬਜ਼ੁਰਗਾਂ ਦੇ ਅੰਦਰ ਡਿਮੈਂਸ਼ੀਆ ਯਾਨੀ ਕਿ ਯਾਦਾਸ਼ਤ ਦਾ ਘੱਟ ਹੋ ਜਾਣਾ, ਇਹ ਬਹੁਤ ਕਾਮਨ ਹੈਗਾ। ਫਿਰ ਉਹਨਾਂ ਦੇ ਅੰਦਰ ਡਿਪਰੈਸ਼ਨ ਬਹੁਤ ਕਾਮਨ ਆਉਂਦਾ ਕਿਉਂਕਿ ਇਕੱਲਾਪਨ ਜਿਹੜਾ ਹੈਗਾ ਪਰਿਵਾਰ ਦੇ ਅੰਦਰ, ਉਹ ਇਕੱਲੇ ਰਹਿ ਜਾਂਦੇ ਨੇ ਕਿਤੇ ਨਾ ਕਿਤੇ। ਤੁਸੀਂ ਦੇਖੋ ਕਈ ਪੇਰੈਂਟਸ ਨੂੰ ਓਲਡ ਏਜ ਹੋਮ 'ਚ ਛੱਡ ਦਿੱਤਾ ਜਾਂਦਾ। ਸੋ ਇਹ ਸਾਡੀਆਂ ਸਮਾਜ ਦੀਆਂ ਸੱਚਾਈਆਂ ਨੇ। ਸੋ ਕਿਤੇ ਨਾ ਕਿਤੇ ਉਹ ਬਜ਼ੁਰਗ ਤੁਹਾਡੇ ਕੋਲੋਂ ਹੋਰ ਕੁਝ ਨਹੀਂ ਚਾਹ ਰਹੇ, ਉਹ ਥੋੜ੍ਹੀ ਦੇਰ ਇਹ ਚਾਹ ਰਹੇ ਨੇ ਕਿ ਸਾਨੂੰ ਥੋੜ੍ਹੀ ਇੰਪੋਰਟੈਂਸ ਮਿਲ ਜਾਏ, ਸਾਡੇ ਕੋਲ ਤੁਸੀਂ ਆ ਕੇ ਬੈਠ ਕੇ ਥੋੜ੍ਹੀ ਦੇਰ ਸਾਡਾ ਹਾਲ ਚਾਲ ਪੁੱਛ ਲਓ, ਥੋੜ੍ਹੀਆਂ ਬਹੁਤੀਆਂ ਗੱਲਾਂ ਕਰ ਲਓ। ਪੇਰੈਂਟਸ ਨੂੰ ਇਸ ਟਾਈਮ 'ਤੇ ਇਸ ਏਜ ਦੇ ਉੱਤੇ 65+ ਦੀ ਏਜ 'ਤੇ ਕਾਫੀ ਪ੍ਰੋਬਲਮਸ ਆਉਂਦੀਆਂ, ਜਿਵੇਂ ਉਹਨਾਂ ਨੂੰ ਯਾਦ ਨਹੀਂ ਰਹਿੰਦੀਆਂ ਚੀਜ਼ਾਂ, ਉਹਨਾਂ ਦੀ ਕੋਗਨੀਟਿਵ ਡਿਕਲਾਈਨ ਹੋ ਜਾਂਦੀ ਹੈ। ਸੋ ਅਗਰ ਅਸੀਂ ਉਹਨਾਂ ਦੇ ਨਾਲ ਥੋੜ੍ਹਾ ਟਾਈਮ ਸਪੈਂਡ ਕਰਾਂਗੇ, ਉਹਨਾਂ ਦੀ ਸਾਈਕੋਲੋਜੀਕਲ ਵੈਲਬੀਂਗ ਵਾਸਤੇ ਬਹੁਤ ਅੱਛਾ ਹੈ। ਮੋਰ ਓਵਰ ਸਾਡੇ ਬੱਚਿਆਂ ਨੂੰ ਇਹ ਮੈਸੇਜ ਬੜਾ ਅੱਛਾ ਜਾਂਦਾ ਹੈ ਕਿ ਜਦੋਂ ਅਸੀਂ ਬਜ਼ੁਰਗ ਹੋਣਾ ਤੇ ਉਹਨਾਂ ਨੇ ਸਾਡੀ ਟੇਕ ਕੇਅਰ ਕਿਵੇਂ ਕਰਨੀ ਹੈਗੀ ਹੈ, ਉਹ ਮੈਸੇਜ ਅਸੀਂ ਅੱਜ ਪਾਉਣਾ ਹੈ। ਜਿਹੜਾ ਬੀਜ ਅੱਜ ਪਾਵਾਂਗੇ ਉਹੀ ਦਰਖਤ ਉਗਣਾ ਜੇ ਅੱਗੇ ਚੱਲ ਕੇ। ਜੇ ਪ੍ਰੈਕਟੀਕਲੀ ਕਰਕੇ ਦਿਖਾਓਗੇ ਤੇ ਫਿਰ ਬੱਚਿਆਂ ਤੱਕ ਜਿਹੜੀ ਹੈ ਸੈਂਸ ਪ੍ਰੀਵੇਲ ਕਰੇਗੀ। ਬਿਲਕੁਲ, ਇਹ ਚੀਜ਼ਾਂ ਜੇ ਅਸੀਂ ਕਰਾਂਗੇ, ਚਿਲਡਰਨ ਲਰਨ ਮੋਰ ਬਾਈ ਵੇ ਆਫ ਐਕਸ਼ਨ ਰਾਦਰ ਦੈਨ ਬਾਈ ਟੈਲਿੰਗ them, they learn more by way of their actions। ਮਤਲਬ ਫੈਮਿਲੀ ਦੇ ਵਿੱਚ ਇਨਵੋਲਵਮੈਂਟ, ਫੈਮਿਲੀ ਨਾਲ ਹੱਸਣਾ ਖੇਡਣਾ ਹੈ ਨਾ, ਫੈਮਿਲੀ ਤੇ ਮੈਕਸਿਮਮ ਟਾਈਮ ਸਪੈਂਡ ਕਰਨਾ ਬੜੀ, ਇਹ ਚੀਜ਼ਾਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਰਿਲੈਕਸ ਕਰਦੀਆਂ ਨੇ। ਇਸ ਤੋਂ ਇਲਾਵਾ ਯੋਗਾ, ਮੈਡੀਟੇਸ਼ਨ, ਥੋੜ੍ਹਾ ਜਿਹਾ ਅਧਿਆਤਮ ਜਿਹੜਾ ਹੈਗਾ, ਚਾਹੇ ਤੁਸੀਂ ਕਿਸੇ ਰਿਲੀਜਨ ਨੂੰ ਬਿਲੋਂਗ ਕਰਦੇ ਹੋ, ਸਾਰਿਆਂ ਦਾ ਰੱਬ ਤੇ ਇੱਕੋ ਹੀ ਹੈ। ਸੋ ਅਗਰ ਅਸੀਂ ਥੋੜ੍ਹਾ ਜਿਹਾ ਟਾਈਮ ਅਧਿਆਤਮ ਵਾਸਤੇ, ਜੇ ਤੁਸੀਂ ਰੱਬ ਨੂੰ ਮੰਨ ਰਹੇ ਹੋ ਤਾਂ ਵੀ ਠੀਕ ਹੈ, ਜੇ ਤੁਸੀਂ ਨਹੀਂ ਮੰਨ ਰਹੇ ਤਾਂ ਉਹ ਸੁਪਰ ਪਾਵਰ ਜਿਹੜੀ ਹੈ ਸਾਰੀ ਦੁਨੀਆ ਚਲਾ ਰਹੀ ਹੈ, ਸਾਰੀ ਸ੍ਰਿਸ਼ਟੀ ਨੂੰ ਰਨ ਕਰ ਰਹੀ ਹੈ, ਉਹ ਸੁਪਰ ਪਾਵਰ ਦੇ ਲਈ ਤੁਸੀਂ ਥੋੜ੍ਹਾ ਜਿਹਾ ਟਾਈਮ ਕੱਢੋ, ਆਪਣੇ ਆਪ ਨੂੰ ਕਨੈਕਟ ਕਰੋ ਉਸ ਦੇ ਨਾਲ। ਮੈਡੀਟੇਸ਼ਨ ਇਸੇ ਚੀਜ਼ ਨੂੰ ਹੀ ਕਿਹਾ ਜਾਂਦਾ। ਹਰ ਰਿਲੀਜਨ 'ਚ ਇੱਕੋ ਹੀ ਚੀਜ਼ ਸਿਖਾਈ ਜਾਂਦੀ ਹੈ ਕਿ ਜਿਹੜੇ ਮੈਡੀਟੇਸ਼ਨ ਕਰਨੀ ਹੈ ਤੁਸੀਂ ਆਪਣੇ ਆਪ ਨੂੰ ਗੋਡ ਨਾਲ ਕਨੈਕਟ ਕਰੋ। ਸੋ ਅੰਡਰਲਾਈਨ ਜਿਹੜੀ ਚੀਜ਼ ਹੈਗੀ ਹੈ, ਉਹਨੂੰ ਤੁਸੀਂ ਗੋਡ ਕਹਿ ਲਓ, ਉਹਨੂੰ ਤੁਸੀਂ ਵਾਹਿਗੁਰੂ ਕਹਿ ਲਓ, ਉਹਨੂੰ ਤੁਸੀਂ ਸੁਪਰ ਨੈਚੁਰਲ ਪਾਵਰ ਕਹਿ ਲਓ, ਉਸ ਦੇ ਨਾਲ ਆਪਣੇ ਆਪ ਨੂੰ ਤੁਸੀਂ ਕਨੈਕਟ ਕਰੋ। ਜਦੋਂ ਤੁਸੀਂ ਕਨੈਕਟ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਸ੍ਰਿਸ਼ਟੀ ਜਿਹੜੀ ਹੈ, ਤੁਸੀਂ ਇੱਕ ਪਾਰਟ ਐਂਡ ਪਾਰਸਨ ਹੋ ਸ੍ਰਿਸ਼ਟੀ ਦਾ, ਤੁਸੀਂ ਇੱਕ ਇਨਕਲੂਸਿਵ ਬੀਇੰਗ ਹੈਗੇ ਜੇ। ਕੁਝ ਸਮੇਂ ਲਈ ਹੈਗੇ ਆ ਇੱਥੇ, ਕੋਈ 40 ਸਾਲ ਲਈ ਹੈ, ਕੋਈ 70 ਸਾਲ ਲਈ ਹੈ, ਪਰ ਹੈਗੇ ਕੁਝ ਸਮੇਂ ਦੇ ਲਈ ਹੀ ਆ। ਸੋ ਇਸੇ ਨੋਟ ਤੇ ਅੱਜ ਦੀ ਗੱਲ ਖਤਮ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰੀ
ਕਿਉਂਕਿ ਦੇਖੋ ਇੱਕ ਇੱਕ ਕੱਲਾ ਟੌਪਿਕ ਬੜੀ ਲੰਬੀ ਡਿਸਕਸ਼ਨ ਮੰਗਦਾ, ਜਿਹੜੇ ਡਾਕਟਰ ਸਾਹਿਬ ਜਿਹੜੀਆਂ ਗੱਲਾਂ ਕਰ ਰਹੇ ਨੇ, ਔਰ ਦਿਲ ਤੇ ਕਰਦਾ ਕਿ ਹਰ ਗੱਲ ਤੇ ਲੰਬੀ ਗੱਲ ਹੁੰਦੀ ਜਾਵੇ, ਹਰ ਚੀਜ਼ ਆਪਾਂ ਘੋਖ ਲਈਏ, ਕੱਢ ਲਈਏ ਇਹਨਾਂ ਦੇ ਅੰਦਰੋਂ, ਪਰ ਉਹ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਕੋਲ ਵੀ ਇੰਨਾ ਸਮਾਂ ਨਹੀਂ ਹੋਣਾ। ਤੇ ਇਸ ਕਰਕੇ ਹੁਣ ਅੱਜ ਦਾ ਟੌਪਿਕ ਇੱਥੇ ਖਤਮ ਕਰ ਰਹੇ ਹਾਂ, ਤੇ ਅੱਗੋਂ ਗਾਂ ਇੱਕ ਇੱਕ ਕੱਲਾ ਟੌਪਿਕ ਕਰਕੇ ਫਿਰ ਤੁਹਾਡੇ ਰੂਬਰੂ ਡਾਕਟਰ ਸਾਹਿਬ ਨੂੰ ਕਰਾਉਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਜੀ।